ਕਰਨ ਵਾਸਤੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ ਤੇ ਤਪਦੇ ਹੋਏ ਹਿਰਦਿਆਂ ਨੂੰ ਠਾਰਨਾ ਤੇ ਮਾਨਵਤਾ ਦਾ ਭਲਾ ਕਰਨਾ। ਇਹ ਤਿੰਨ ਉਪਦੇਸ਼ ਦਿੱਤੇ ਗੁਰੂ ਸਾਹਿਬ ਨੇ। ਭਾਈ ਤਾਰੂ ਕੋਟ ਉਹ ਤਿੰਨ ਉਪਦੇਸ਼ ਆਪਣੇ ਪੱਲੇ ਬੰਨ ਲੈਂਦਾ। ਉਹ ਸਾਡੇ ਵਰਗਾ ਨਹੀਂ ਸੀ। ਅਸੀਂ ਵੀ ਸਾਧ ਸੰਗਤ ਦੀ ਸੇਵਾ ਕਰਦੇ ਹਾਂ, ਪਰ ਸਾਡੀ ਸੇਵਾ ਦੇ ਵਿੱਚ ਬੜਾ ਫਰਕ ਪੈ ਗਿਆ। ਜਿਨ੍ਹਾਂ ਦੇ ਸਿਧਾਂਤ ਨੂੰ ਨਾ ਸਮਝੀਏ ਉਹਨਾਂ ਦੀ ਸੇਵਾ ਨਹੀਂ ਹੋ ਸਕਦੀ। ਬੜਾ ਦੁੱਖ ਪਿਆ। ਮੈਂ ਵੀਰ ਜੀ ਉਹਨਾਂ ਨਾਲ ਗੱਲ ਵੀ ਕਰ ਰਿਹਾ ਸਾਂ ਕਿ ਮੈਂ ਇੱਕ ਵਾਰ ਪਾਨਾਗੜ ਗਿਆ ਸਾਧ ਸੰਗਤ ਕਲਕੱਤੇ ਦੇ ਲਾਗੇ। ਬੜਾ ਦੁੱਖ ਹੋਇਆ ਮੈਨੂੰ ਵੇਖ ਕੇ। ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਤੇ ਸ਼ਹੀਦੀ ਪੁਰਬ ਵਾਲੇ ਦਿਨ ਇਹਦੇ ਵਿੱਚ ਕਸੂਰਵਾਰ ਕੌਣ ਹੈ? ਅਸੀਂ ਖੁਦ ਕਸੂਰਵਾਰ ਹਾਂ ਸਾਧ ਸੰਗਤ। ਗੁਰਦੁਆਰੇ ਦੀਆਂ ਕਮੇਟੀਆਂ ਕਸੂਰਵਾਰ। ਜਦੋਂ ਮੈਂ ਬਾਹਰ ਵੇਖਿਆ ਤੇ ਬੱਚਿਆਂ ਨੇ ਸ਼ਹੀਦੀ ਪੁਰਬ ਵਾਲੇ ਦਿਨ ਜਿਹੜਾ ਡੀਜੇ ਲਾਇਆ ਸ਼ਬੀਲ ਦਾ ਜਲ ਵਰਤਾਉਣ ਸਮੇਂ ਉਹਦੇ ਤੇ ਕੋਈ ਗਾਣੇ ਲਾ ਰਹੇ। ਗਰੇਵਾਲ ਦਾ ਗਾਣਾ ਲਾਇਆ, ਆਮੀ ਬਾਬਾ ਨਾਨਕਾ, ਆਮੀ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਦਿਹਾੜੀ ਬਾਬਾ ਨਾਨਕ। ਮੈਂ ਬੜਾ ਹੈਰਾਨ ਹੋਇਆ ਕਿ ਸਾਡੀ ਕੌਮ ਕਿੱਥੇ ਸੌਂ ਗਈ। ਅਸੀਂ ਬੱਚਿਆਂ ਨੂੰ ਅੱਜ ਇਹ ਵੀ ਦੱਸ ਸਕੇ ਕਿ ਅੱਜ ਸਾਡੇ ਗੁਰੂ ਦਾ ਸ਼ਹੀਦੀ ਪੁਰਬ ਹੈ ਤੇ ਅਸੀਂ ਸ਼ਹੀਦੀ ਪੁਰਬ ਵਾਲੇ ਦਿਨ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਅੱਜ ਸ਼ਹੀਦੀ ਪੁਰਬ ਹੈ ਕਾਹਦਾ। ਜੇ ਇਹਨਾਂ ਨੂੰ ਗਿਆਨ ਹੋਵੇ ਕਿ ਸਾਡੇ ਗੁਰੂ ਨੂੰ ਤੇ ਤਤੀ ਤਵੀ ਤੇ ਬਿਠਾ ਕੇ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਤੇ ਅਸੀਂ ਖੁਸ਼ੀਆਂ ਦੇ ਦਿਨ ਮਨਾ ਰਹੇ। ਬੜਾ ਦੁਖਾਂਤ ਹੈ ਸਾਡਾ ਸਾਥ। ਮੈਂ ਗੁਰਦੁਆਰੇ ਦੀ ਕਮੇਟੀ ਨੂੰ ਪੁੱਛਿਆ, ਮੈਂ ਕਿਹਾ ਬੱਚਿਆਂ ਨੂੰ ਤੁਸੀਂ ਦੱਸਿਆ ਨਹੀਂ? ਉਹ ਕਹਿੰਦੇ ਨਹੀਂ, ਬੱਚਿਆਂ ਨੂੰ ਇਹਦੇ ਬਾਰੇ ਅਜੇ ਗਿਆਨ ਨਹੀਂ, ਤਾਂ ਕਰਕੇ ਇਦਾਂ ਦੇ ਗੀਤ ਲਾ ਰਹੇ ਨੇ ਕਿ ਜੇ ਬੱਚਿਆਂ ਨੂੰ ਬੋਧ ਕਿਵੇਂ ਕਰਾਉਣਾ ਸਾਧ ਗੁਰਦੁਆਰਾ ਕਮੇਟੀਆਂ। ਤੇ ਬੜਾ ਦੁੱਖ ਹੋਇਆ। ਮੈਂ ਕਮੇਟੀ ਨੂੰ ਕਿਹਾ, ਮੈਂ ਕਿਹਾ ਅਸੀਂ ਕਈ ਵਾਰੀ ਦੇਖਦੇ ਹਾਂ, ਤੁਸੀਂ ਹੁਣ ਵੀ ਜਾਓ ਫਤਿਹਗੜ੍ਹ ਸਾਹਿਬ ਸਾਧ ਸੰਗਤ। ਅਸੀਂ ਹਰ ਸਾਲ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚਦੇ ਹਾਂ। ਹਜ਼ਾਰਾਂ ਸਾਡੇ ਨੌਜਵਾਨ ਵੀ ਰੋਡ ਦੇ ਉੱਤੇ ਲੰਗਰ ਲਾ ਕੇ ਬੈਠੇ ਹੁੰਦੇ ਨੇ। ਕਦੇ ਲੰਗਰ ਖਵਾਉਣ ਵਾਲਿਆਂ ਨੂੰ ਪੁੱਛ ਕੇ ਦੇਖਿਓ ਵੀ ਆਹ ਲੰਗਰ ਜਿਹੜਾ ਤੁਸੀਂ ਖਵਾ ਰਹੇ ਹੋ ਉਹ ਕਿਹਨਾਂ ਦੀ ਯਾਦ ਵਿੱਚ ਕਿਉਂ ਛਕਾ ਰਹੇ ਹੋ? ਲੰਗਰ ਛਕਾਉਣ ਦਾ ਮਕਸਦ ਕੀ ਹੈ? ਤੇ ਬਹੁਤ ਘੱਟ ਨੌਜਵਾਨ ਹੋਣਗੇ ਜਿਹੜਾ ਨੂੰ ਸਾਹਿਬਜ਼ਾਦੇ ਦੀ ਸ਼ਹੀਦੀ ਗਾਥਾ ਚੇਤੇ। ਨਹੀਂ ਤੇ ਕਈ ਵਾਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੋਣਾ ਜਾਂ ਕੋਈ ਗੁਰਪੁਰਬ ਹੋਣਾ, ਲੰਗਰ ਰੋਟੀ ਲੱਗਾ ਹੋਣਾ, ਬੱਚਿਆਂ ਨੂੰ ਪੁੱਛਣਾ, ਨੌਜਵਾਨਾਂ ਨੂੰ ਪੁੱਤਰ ਲੰਗਰ ਕਿਉਂ ਲਾਇਆ? ਉਹ ਕਹਿੰਦੇ ਇਹਦੇ ਬਾਰੇ ਨਹੀਂ ਪਤਾ, ਪਰ ਇਹਨਾਂ ਪਤਾ ਵੀ ਅੱਜ ਕੋਈ ਗੁਰਪੁਰਬ ਹੈ। ਇਹ ਦੁਖਾਂਤ ਹੈ ਸਾਡਾ ਅੰਦਰ ਦਾ। ਜੇ ਬੱਚਿਆਂ ਨੂੰ ਅਸੀਂ ਨਹੀਂ ਦੱਸਾਂਗੇ ਤੇ ਕੌਣ ਦੱਸੇ? ਸਾਧ ਸੰਗਤ, ਸਾਡੀਆਂ ਸ਼ਬੀਲਾਂ ਵੀ ਅੱਜ ਇੱਕ ਲੋਕ ਦਿਖਾਵਾ ਬਣ ਕੇ ਰਹਿ ਗਏ। ਭਾਈ ਤਾਰੂ ਕੋਟ ਸਾਡੇ ਵਰਗੇ ਲੋਕ ਦਿਖਾਵਾ ਕਰਨ ਵਾਲੇ ਨਹੀਂ ਸਨ। ਮੈਂ ਇੱਥੋਂ ਤੱਕ ਵੇਖਿਆ ਕਿਤੇ ਜਾਣ ਦਾ ਸਬਬ ਬਣੇ। ਕਲਕੱਤੇ ਤੋਂ ਥੋੜਾ ਜਿਹਾ ਪਹਿਲਾਂ 100-150 ਕਿਲੋਮੀਟਰ ਦੀ ਦੂਰੀ ਤੇ ਪਹਿਲਾਂ ਇੱਕ ਨਗਰ ਪੈਂਦਾ ਬਰਧਮਾਨ। ਕਦੇ ਜਾਣ ਦਾ ਸਬਬ ਬਣੇ, ਜਿਹਨੂੰ ਦਰਸ਼ਨ ਕਰਕੇ ਆਏ। ਰੋਡ ਦੇ ਉੱਤੇ ਗੁਰਦੁਆਰਾ ਪੈਂਦਾ ਤੇ ਮੈਂ ਹੈਰਾਨ ਹੋ ਗਿਆ। ਮੇਰੇ ਸਾਹਮਣੇ ਅੱਧ ਦੀ ਗਰਮੀ ਦੇ ਵਿੱਚ ਬਾਹਰ ਉਤਰ ਕੇ ਅੰਦਰ ਗਈ ਤੇ ਅੰਦਰ ਜਾ ਕੇ ਵੇਖਿਆ ਕਿ ਜਿਹੜੀ ਗੁਰਦੁਆਰੇ ਦੇ ਅੰਦਰ ਠੰਡੇ ਪਾਣੀ ਵਾਲੀ ਛਬੀਲ ਵਾਟਰ ਲੱਗਿਆ, ਵਾਟਰ ਕੂਲਰ ਲੱਗਿਆ, ਉਹਦੇ ਵਿੱਚ ਪਾਣੀ ਨਹੀਂ ਸੀ। ਤੇ ਫਰਜ਼ ਕਿਹਦਾ ਬਣਦਾ ਸੀ? ਗੁਰਦੁਆਰੇ ਦੀ ਕਮੇਟੀ ਦਾ। ਕਿ ਜਿਹੜੀ ਸੰਗਤ ਗੁਰੂ ਦਾ ਆਸਰਾ ਤਾਂ ਕਿ ਨਿਸ਼ਾਨ ਸਾਹਿਬ ਤੇ ਸਾਡੇ ਵੱਡੇ ਹੋ ਗਏ, ਪਰ ਦਿਲ ਬੜੇ ਛੋਟੇ ਹੋਏ। ਮੈਨੂੰ ਤੇ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਗੁਰਦੁਆਰੇ ਦੀਆਂ ਕਮੇਟੀਆਂ ਤੇ ਸਕੂਲ ਖੋਲ੍ਹਦੀਆਂ ਨੇ, ਪਰ ਉੱਥੋਂ ਦੀ ਕਮੇਟੀ ਨੇ ਗੁਰਦੁਆਰੇ ਦਾ ਚੱਲਦਾ ਸਕੂਲ ਬੰਦ ਕਰਕੇ ਦੁਕਾਨ ਸ਼ੁਰੂ ਕਰ ਦਿੱਤੀ। ਬੜਾ ਦੁੱਖ ਹੋਇਆ ਕਿ ਕਿੱਦਾਂ ਦਾ ਮਾਹੌਲ ਸਾਡੇ ਸਮਾਜ ਦੇ ਅੰਦਰ ਅੱਜ ਪੈਦਾ ਹੋ ਗਿਆ। ਅਸੀਂ ਹੋ ਸਕਦੇ ਸਾਡੇ ਬੱਚੇ ਸਾਡੇ ਲਾਗੇ ਦੁੱਖੜਾ ਹੋ ਰਹੇ ਨੇ ਕਿ ਇਹਦਾ ਸਾਡੇ ਸਮਾਜ ਵਿੱਚ ਸਾਡੇ ਨੂੰ ਹੋਣਾ ਚਾਹੀਦਾ, ਪਰ ਅਸੀਂ ਕਈ ਵਾਰੀ ਉਹਨਾਂ ਗੱਲਾਂ ਨੂੰ ਉੱਪਰੋਂ ਕੱਢ ਦਿੰਦੇ ਹਾਂ ਕਿ ਚਲੋ ਬੱਚਿਆਂ ਨੂੰ ਤੇ ਸਿਖਾਇਆ ਹੋਵੇਗਾ, ਬੱਚੇ ਤਾਂ ਕਰਕੇ ਕਹਿ ਰਹੇ ਨੇ, ਇਹਨਾਂ ਨੂੰ ਪੜ੍ਹਾਇਆ ਹੋਵੇਗਾ ਇੱਦਾਂ ਦਾ, ਇਹ ਤਾਂ ਕਹਿ ਰਹੇ ਨੇ। ਪਰ ਉਹਨੂੰ ਥੋੜਾ ਜਿਹਾ ਗੰਭੀਰਤਾ ਚ ਲੈ ਕੇ ਦੇਖੋ ਸਾਥ, ਥੋੜਾ ਜਿਹਾ ਗੰਭੀਰਤਾ ਚ ਲੈ ਕੇ ਦੇਖੋ, ਫਿਰ ਪਤਾ ਲੱਗੇਗਾ ਕਿ ਸਾਡੇ ਬੱਚੇ ਸੱਚਾ ਦੁੱਖੜਾ ਸਾਡੇ ਅੰਦਰ ਦਾ ਹੁੰਦੇ। ਇਹ ਸਾਡੀ ਕੌਮ ਦੇ ਅੱਜ ਹਾਲਾਤ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਧ ਸੰਗਤ, ਭਾਈ ਤਾਰੂ ਕੋਟ ਸਾਡੇ ਵਰਗਾ ਨਹੀਂ ਸੀ। ਜ਼ਰੂਰੀ ਨਹੀਂ ਹੁੰਦਾ ਅਸੀਂ ਸਾਲ ਭਰ ਲੋਕਾਂ ਨੂੰ ਸਾੜਨ ਦੀਆਂ ਗੱਲਾਂ ਕਰਦੇ ਹਾਂ। ਸਾਡੀ ਸ਼ਬੀਲ ਕਿੱਦਾਂ ਸਾਲ ਭਰ ਜੇ ਕਿਸੇ ਗਵਾਂਢੀ ਨੇ ਵਧੀਆ ਗੱਡੀ ਲੈ ਲਈ ਤੇ ਅਸੀਂ ਤਾਂ ਵੀ ਕਰਾਂਗੇ ਉਹ ਫਲਾਣਾ ਸੜ ਕੇ ਕੂੜਾ ਹੋ ਗਿਆ।
ਸਾਲ ਭਰ ਇੱਕ ਦੂਜੇ ਨੂੰ ਸਾੜਨ ਦੀਆਂ ਗੱਲਾਂ ਕਰਦੇ ਆ, ਤੇ ਸਾਲ ਵਿੱਚ ਇੱਕ ਦਿਨ ਆਉਂਦਾ ਹੈ ਜਦੋਂ ਆਪਾਂ ਠੰਡੇ ਪਾਣੀ ਦੀ ਛਬੀਲ ਲਾ ਕੇ ਦੂਜਿਆਂ ਦੇ ਹਿਰਦੇ ਨੂੰ ਠੰਡਾ ਕਰਨ ਦੀ ਗੱਲ ਕਰਦੇ ਹਾਂ। ਸਾਲ ਭਰ ਸਾੜਨ ਦੀਆਂ ਗੱਲਾਂ ਕਰਦੇ ਆ, ਤੇ ਸਾਲ ਵਿੱਚ ਇੱਕ ਦਿਨ ਠੰਡੇ ਪਾਣੀ ਦੀ ਛਬੀਲ ਲਾ ਕੇ ਕਵਾਂਗੇ ਅੱਜ ਅਸੀਂ ਲੋਕਾਂ ਦੇ ਹਿਰਦਿਆਂ ਨੂੰ ਠੰਡ ਪਾ ਦੇਣੀ, ਇਹ ਸਾਡੀ ਛਬੀਲ ਹੈ। ਫਿਰ ਅਸੀਂ ਇਹ ਵੀ ਕਿ ਸ਼ਾਇਦ ਮਿੱਠਾ ਜਲ ਛਕਾਉਣਾ ਹੀ ਸਾਡੀ ਛਬੀਲ ਹੈ, ਮਿੱਠਾ ਜਲ ਛਕਾਉਣਾ ਹੀ ਸਾਡੀ ਛਬੀਲ ਹੈ। ਸ਼ਾਇਦ ਇਦਾਂ ਹੀ ਅੱਜ ਦੇ ਦਿਨ ਤੇ ਸਾਨੂੰ ਗੁਰੂ ਦੀ ਖੁਸ਼ੀ ਮਿਲ ਸਕਦੀ ਹੈ। ਤੇ ਸਾਲ ਭਰ ਕਿਸੇ ਨੂੰ ਸਾਦਾ ਪਾਣੀ ਨਹੀਂ ਪੁੱਛਦੇ, ਸਾਲ ਭਰ ਕਿਸੇ ਨੂੰ ਸਾਦਾ ਪਾਣੀ ਵੀ ਨਹੀਂ ਪੁੱਛਦੇ, ਇਹ ਸਾਡੇ ਅੰਦਰ ਦਾ ਦੁਖਾਂਤ ਹੈ। ਜ਼ਰੂਰੀ ਨਹੀਂ ਹੁੰਦਾ ਅੱਗ ਦੀ ਗਰਮੀ ਹੋਵੇ, ਕਿਤੇ ਸੰਗਤ ਲੰਘਦੀ ਹੋਵੇ, ਗੁਰੂ ਘਰ ਦਾ ਨਿਸ਼ਾਨ ਦੇ ਕੇ, ਨਿਸ਼ਾਨ ਸਾਹਿਬ ਦੇ ਦੀਦਾਰ ਕਰਕੇ ਸੰਗਤ ਗੁਰਦੁਆਰੇ ਆਉਂਦੀ ਹੈ। ਤੇ ਜੇ ਗੁਰਦੁਆਰੇ 'ਚ ਜਾਲੀ ਨਾ ਹੋਵੇ ਸਤਿਸੰਗ ਪੀਣ ਵਾਸਤੇ, ਪਰ ਸਾਡੀ ਸ਼ਬੀਲਾ ਨੂੰ ਉਹਦਾ ਕੀ ਕਰਨਾ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਮਿੱਠਾ ਜਲ ਹੀ ਛਕਾਉਣਾ, ਸਾਦਾ ਵੀ ਜਲ ਛਕਾ ਸਕਦੇ। ਭਾਈ ਤਾਰੂ ਕੋਕਟ ਨੇ ਬਾਬੇ ਨਾਨਕ ਦੇ ਬਚਨ ਪੱਲੇ ਬੰਨ੍ਹਦੇ ਸਾਡੀ ਵਾਂਗ ਨਹੀਂ, ਉਹਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਪਣਾਇਆ। ਛਬੀਲ ਲਾ ਕੇ ਬੈਠ, ਛਬੀਲ ਕਾਹਦੀ ਲਾਈ? ਠੰਡੇ ਜਲ ਦੀ। ਆਂਦੇ ਜਾਂਦੇ ਰਾਹੀਆਂ ਨੂੰ, ਕਿਤੇ ਗਰਮੀ ਦੇ ਦਿਨਾਂ 'ਚ ਜਾਂਦੇ ਹੋਏ ਰਾਹੀਆਂ ਨੂੰ ਕਿਤੇ ਠੰਡਾ ਪਾਣੀ ਵੀ ਰੋਡ ਤੇ ਮਿਲ ਜਾਵੇ ਨਾ ਗਰਮੀ ਦੇ ਦਿਨਾਂ 'ਚ, ਅਗਲਾ ਸ਼ੁਕਰਾਨਾ ਕਰਨਾ ਨਹੀਂ ਭੁੱਲਦਾ। ਉਹ ਵੱਧ ਸ਼ੁਕਰਾਨਾ ਕਰੇਗਾ ਛਬੀਲ ਵਾਲੇ ਦਿਨ ਦੇ ਨਾਲ, ਉਹ ਕਹੇਗਾ ਸ਼ੁਕਰ ਹੈ ਠੰਡਾ ਜਲ ਪੀਣ ਵਾਸਤੇ ਮਿਲ ਗਿਆ, ਗਰਮੀ ਬੜੀ ਸੀ। ਸਾਧ ਸੰਗਤ, ਭਾਈ ਤਾਰੂ ਕੋਕਟ ਲਾਹੌਰ ਸ਼ਹਿਰ ਦੇ ਅੰਦਰ ਛਬੀਲ ਲਾ ਕੇ ਬਹਿ ਗਿਆ। ਆਂਦੇ ਜਾਂਦੇ ਰਾਹੀਆਂ ਨੂੰ ਪਾਣੀ ਪਿਲਾਉਂਦਾ, ਬੜੀ ਸੇਵਾ ਕਰਦਾ, ਤੇ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਲੱਗ ਪਿਆ। ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਲੱਗ ਪਿਆ। ਵੇਖੋ ਸਾਡੇ ਸਮਾਜ ਦੇ ਅੰਦਰ ਕਿਵੇਂ ਲੋਕਾਂ ਦੀ ਜ਼ਮੀਰ ਮਰੀ ਹੋਈ ਸੀ। ਇਹ ਗੱਲ ਤੋਂ ਸਾਧ ਸੰਗਤ ਇੱਕ ਬਹੁਤ ਵੱਡੀ ਸਿੱਖਿਆ ਵੀ ਮਿਲਦੀ। ਜੇ ਆਪਾਂ ਥੋੜਾ ਵਿਚਾਰ ਕੇ ਵੇਖੀਏ ਕਿ ਸ਼ਹੀਦੀ ਗਾਥਾ ਦਾ ਆਗਾਜ਼ ਸ਼ਹੀਦ ਕਿਵੇਂ ਹੋਣਾ ਚਾਹੀਦਾ ਹੈ, ਔਰ ਸ਼ਹੀਦਾਂ ਦੀ ਵਿਚਾਰ ਸਾਡੇ ਅੰਦਰ ਕਿਵੇਂ ਹੋਣੀ ਚਾਹੀਦੀ ਹੈ, ਇਸ ਵਿਚਾਰ ਦਾ ਆਗਾਜ਼ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ ਸੀ। ਜਦੋਂ ਇਹ ਵਚਨ ਕਹੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜੇ ਇੱਜ਼ਤ ਪਤ ਅਣਖ ਗੈਰਤ ਮਾਰ ਕੇ ਸੰਸਾਰ ਦੀ ਜ਼ਿੰਦਗੀ ਜਿਉਣੀ ਹੈ ਨਾ, ਅੱਖਾਂ ਬੰਦ ਕਰਕੇ ਜ਼ੁਲਮ ਨੂੰ ਵੇਖ ਕੇ ਜ਼ਿੰਦਗੀ ਜਿਉਣੀ ਹੈ, ਤੇ ਐਸੀ ਜ਼ਿੰਦਗੀ ਸੰਸਾਰ ਦੀ ਜਿਉਣ ਦਾ ਕੋਈ ਫਾਇਦਾ ਨਹੀਂ। ਉਹ ਜ਼ਿੰਦਗੀ ਹਰਾਮ, ਜਿਹੜੀ ਜ਼ਿੰਦਗੀ ਜ਼ੁਲਮ ਹੁੰਦਿਆਂ ਆਪਣੀਆਂ ਅੱਖਾਂ ਬੰਦ ਕਰਕੇ ਅਸੀਂ ਜਿਉਂਦੇ ਹਾਂ। ਸਾਡੇ ਸਾਹਮਣੇ ਕਿਸੇ ਦੀ ਧੀ ਦੀ, ਕਿਸੇ ਦੀ ਭੈਣ ਦੀ, ਕਿਸੇ ਦੀ ਮਾਂ ਦੀ ਇੱਜ਼ਤ ਲੁੱਟੀ ਜਾਂਦੀ ਹੋਵੇ ਤੇ ਅਸੀਂ ਪਾਸਾ ਵੱਟ ਕੇ ਲੰਘ ਜਾਈਏ, ਉਹ ਸਾਡੀ ਜ਼ਿੰਦਗੀ ਨਹੀਂ। ਉਹ ਅਣਖ ਤੇ ਗੈਰਤ ਮਾਰ ਕੇ ਜਿਉਣ ਵਾਲੀ ਜ਼ਿੰਦਗੀ ਧਰਕਾਰ ਤੇ ਫਟਕਾਰ ਯੋਗ ਜ਼ਿੰਦਗੀ, ਉਹ ਮੁਰਦਿਆਂ ਵਾਲੀ ਜ਼ਿੰਦਗੀ ਕੀ ਹੋ ਸਕਦੀ ਹੈ, ਪਰ ਮਰਦਾਂ ਵਾਲੀ ਜ਼ਿੰਦਗੀ ਨਹੀਂ ਹੋ ਸਕਦੀ। ਇੱਕ ਜ਼ਿੰਦਗੀ ਹੁੰਦੀ ਮੁਰਦਿਆਂ ਵਾਲੀ, ਮੁਰਦਾ ਬਣ ਕੇ ਤੇ ਕੋਈ ਵੀ ਜੀ ਲਵੇਗਾ। ਆਨੰਦ ਤੇ ਤਾਂ ਆ ਮਨੁੱਖ ਮਰਦ ਬਣ ਕੇ ਸੰਸਾਰ ਦੀ ਜ਼ਿੰਦਗੀ ਜਿਉਣਾ ਸਿੱਖੇ। ਬਾਬਾ ਨਾਨਕ ਜੀ ਨੇ ਇਹੀ ਸਿਧਾਂਤ ਬਖਸ਼ਿਸ਼ ਕੀਤਾ। ਮੁਰਦੇ ਬਣ ਕੇ ਨਹੀਂ, ਮਰਦ ਬਣ ਕੇ ਸੰਸਾਰ ਦੀ ਜ਼ਿੰਦਗੀ ਜਿਉਣੀ ਚਾਹੀਦੀ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਭਾਈ ਤਾਰੂ ਕੋਕਟ ਨੇ ਪੱਲੇ ਬੰਨ੍ਹਿਆ। ਛਬੀਲ ਲਾ ਕੇ ਆਂਦੇ ਜਾਂਦੇ ਰਾਹੀਆਂ ਨੂੰ ਜਲ ਛਕਾਉਂਦੇ ਨੇ। ਇੱਕ ਦਿਨ ਐਸਾ ਹੋਇਆ ਸਾਧ ਸੰਗਤ, ਬਾਬਰ ਬਾਦਸ਼ਾਹ ਨੇ ਲਾਹੌਰ ਸ਼ਹਿਰ ਦੇ ਉੱਤੇ ਹਮਲਾ ਕਰ ਦਿੱਤਾ। ਜਿਵੇਂ ਕਿਸੇ ਨੇ ਇੱਕ ਬੜੀ ਪਿਆਰੀ ਗਾਥਾ ਸੁਣਾਈ ਨਾ, ਕਹਿੰਦੇ ਕਿ ਚਿੜੀ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਤੇ ਚਿੜੀ ਪਾਣੀ ਦੀ ਚੁੰਝ ਭਰਦੀ ਹੈ ਤੇ ਜਾ ਕੇ ਉਸ ਘਰ ਦੇ ਉੱਤੇ ਸੁੱਟ ਦਿੰਦੀ। ਕਿਸੇ ਨੂੰ ਪੁੱਛਿਆ, ਉਹ ਤੇਰੇ ਇੱਕ ਪਾਣੀ ਦੀ ਚੁੰਝ ਭਰ ਕੇ ਉੱਤੇ ਅੱਗ ਬੁਝਾਉਣ ਦੇ ਨਾਲ ਅੱਗ ਥੋੜੀ ਬੁਝ ਜਾਵੇ। ਤੇ ਚਿੜੀ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੀ ਗੱਲ ਅੱਗ ਬੁਝਾਉਣ ਦੀ ਨਹੀਂ, ਮੈਨੂੰ ਵੀ ਪਤਾ ਮੇਰੀ ਪਾਣੀ ਦੀ ਭਰੀ ਹੋਈ ਇੱਕ ਚੁੰਝ ਦੇ ਨਾਲ ਅੱਗ ਨਹੀਂ ਬੁਝਣੀ। ਪਰ ਹਕੀਕਤ ਇਹ ਵੀ ਹੈ, ਆਉਣ ਵਾਲੇ ਸਮੇਂ 'ਚ ਜਦੋਂ ਇਤਿਹਾਸ ਲਿਖਿਆ ਜਾਵੇਗਾ ਨਾ, ਘੱਟੋ ਘੱਟ ਮੇਰਾ ਨਾਮ ਅੱਗ ਲਗਾ ਕੇ ਤਮਾਸ਼ਾ ਵੇਖਣ ਵਾਲਿਆਂ ਵਿੱਚ ਨਹੀਂ, ਘੱਟੋ ਘੱਟ ਮੇਰਾ ਨਾਮ ਇਤਿਹਾਸ ਦੇ ਪੰਨਿਆਂ 'ਚ ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਵੇਗਾ। ਗੱਲ ਇਹੀ ਵਰਤੀ। ਲਾਹੌਰ ਸ਼ਹਿਰ ਦੇ ਲੋਕਾਂ ਦੇ ਬਾਬਰ ਦੇ ਹੁਕਮ ਦੇ ਅਨੁਸਾਰ ਘਰ ਸਾੜੇ ਨੇ, ਅੱਗ ਲਾ ਦਿੱਤੀ। ਕਾਹਦੇ ਵਾਸਤੇ? ਲਾਹੌਰ ਦੀ ਧਰਤੀ ਦੇ ਉੱਤੇ ਕਬਜ਼ਾ ਕਰਨ ਵਾਸਤੇ ਬਾਬਰ ਬਾਦਸ਼ਾਹ ਨੂੰ ਇਹਨਾਂ ਦਾ ਭਿਆਨਕ ਹਮਲਾ ਕੀਤਾ ਗਿਆ।
ਲੋਕਾਂ ਦੇ ਘਰ ਲੁੱਟੇ ਜਾ ਰਹੇ, ਲੋਕਾਂ ਦੇ ਘਰ ਸਾੜੇ ਜਾ ਰਹੇ। ਹੁਣ ਜਿਸ ਬੰਦੇ ਨੇ ਮਰ ਕੇ ਆਪਣੀ ਜ਼ਿੰਦਗੀ 'ਚ ਘਰ ਬਣਾਇਆ ਹੋਵੇ, ਜਦੋਂ ਉਹਦੇ ਘਰ ਨੂੰ ਉਹਦੀਆਂ ਅੱਖਾਂ ਸਾਹਮਣੇ ਅੱਗ ਲਾ ਕੇ ਸਾੜਿਆ ਜਾਂਦਾ ਹੋਵੇ, ਉਸ ਬੰਦੇ ਦੇ ਹਿਰਦੇ ਤੇ ਕੀ ਬਤੀਤ ਹੁੰਦਾ, ਕਦੇ ਸੋਚ ਕੇ ਵੇਖੋ। ਉਹਦੇ ਹਿਰਦੇ 'ਚ ਕਿੱਦਾਂ ਦੀ ਵਿਚਾਰ ਹੁੰਦੀ, ਬੜਾ ਦੁਖੀ ਹੁੰਦਾ, ਬੜਾ ਕਲਪਦਾ, ਬੜੀ ਮੁਸ਼ਕਲ ਦੇ ਨਾਲ ਘਰ ਬਣਾਇਆ, ਸਾਜੋ ਸਮਾਨ ਤਿਆਰ ਕੀਤਾ ਤੇ ਅੱਜ ਇੱਕ ਪਲ ਦੇ ਅੰਦਰ ਤਬਾਹ ਹੋ ਗਏ। ਭਾਈ ਤਾਰੂ ਕੋਕਟ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਨੇ, ਜਦੋਂ ਲੋਕਾਂ ਦੇ ਘਰ ਸੜ ਰਹੇ ਸੀ ਨਾ, ਤੇ ਬਾਬੇ ਨਾਨਕ ਦੀ ਗੱਲ ਚੇਤੇ ਆ ਗਈ, ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਜਾਣਨਾ, ਆਪਣਾ ਦੁੱਖ। ਭਰੀ ਪਾਣੀ ਦੀ ਮਸ਼ਕ ਤੇ ਲੋਕਾਂ ਦੇ ਘਰ ਦੀ ਅੱਗ ਬੁਝਾਉਣ ਵਾਸਤੇ ਤੁਰ ਪਏ, ਲੋਕਾਂ ਦੇ ਘਰ ਦੀ ਅੱਗ ਬੁਝਾਉਣ ਵਾਸਤੇ ਤੁਰ ਪਏ। ਤੇ ਜਦੋਂ ਲੋਕਾਂ ਦੇ ਘਰ ਦੀ ਅੱਗ ਬੁਝਾਉਣ ਗਏ ਨਾ, ਤੇ ਕਿਸੇ ਨੇ ਕਿਹਾ, ਭਾਈ ਤਾਰੂ ਕੋਕਟ ਇਹਦੇ ਨਾਲ ਕੀ ਹੋਵੇਗਾ? ਇੱਕ ਛੋਟੀ ਜੀ ਪਾਣੀ ਦੀ ਮਸ਼ਕ ਲੈ ਕੇ ਤੂੰ ਅੱਗ ਬੁਝਾਉਣ ਲੱਗਾ, ਇਹਦੇ ਨਾਲ ਅੱਗ ਥੋੜੀ ਬੁਝੇਗੀ। ਤੇ ਭਾਈ ਤਾਰੂ ਕੋਕਟ ਨੇ ਵੀ ਉਹੀ ਗੱਲ ਕੀ, ਕਹਿੰਦਾ ਪਤਾ ਮੈਨੂੰ ਵੀ, ਲੋਕਾਂ ਨੂੰ ਵੀ ਕਹਿੰਦੇ ਨੇ ਵੇਖਦੇ ਕੀ ਜੇ, ਤੁਹਾਡੇ ਘਰ ਸੜਦੇ ਪਏ ਨੇ, ਤੁਸੀਂ ਮੌਤ ਤੋਂ ਡਰਦੇ ਪਏ ਜੇ, ਆਪਣੇ ਘਰ ਦੀ ਅੱਗ ਨਹੀਂ ਬੁਝਾ ਸਕਦੇ। ਪਰ ਲੋਕਾਂ 'ਚ ਕਿਸੇ ਨੇ ਹਿੰਮਤ ਨਹੀਂ ਕੀਤੀ ਗੱਲ ਦਾ ਜਵਾਬ ਦੇਣ ਵਾਸਤੇ। ਲੋਕ ਕਹਿੰਦੇ ਸਾਨੂੰ ਬਾਦਸ਼ਾਹ ਦੇ ਹੁਕਮ ਤੋਂ ਡਰ ਲੱਗਦਾ ਹੈ, ਬਾਦਸ਼ਾਹ ਨੇ ਹੁਕਮ ਕੀਤਾ, ਜਿਹੜਾ ਮੇਰੇ ਹੁਕਮ ਦੀ ਅਦੁਲੀ ਕਰੇਗਾ ਉਹਨੂੰ ਪਕੜ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ, ਜਾਂ ਉਸੇ ਅੱਗ ਵਿੱਚ ਪਾ ਕੇ ਸਾੜ ਦਿੱਤਾ ਜਾਵੇ ਜਿਹੜਾ ਹੁਕਮ ਦੀ ਅਦੁਲੀ ਕਰੇਗਾ। ਤੇ ਸਾਨੂੰ ਤੇ ਮੌਤ ਤੋਂ ਡਰ ਲੱਗਦਾ। ਭਾਈ ਤਾਰੂ ਕੋਕਟ ਬਾਬੇ ਨਾਨਕ ਦੇ ਹੁਕਮਾਂ ਦੇ ਅਨੁਸਾਰ ਅੱਗੇ ਵਧਿਆ। ਕਹਿੰਦੇ ਅੱਗੇ ਵੱਧ ਕੇ ਭਾਈ ਤਾਰੂ ਕੋਕਟ ਨੇ ਅੱਗ ਬੁਝਾਉਣ ਦੇ ਯਤਨ ਕੀਤੇ। ਲੋਕਾਂ ਨੂੰ ਕਿਹਾ, ਵੇਖਦੇ ਕੀ ਜੇ, ਤੁਹਾਡਾ ਘਰ ਸੜ ਰਿਹਾ ਹੈ, ਆਪਣੇ ਘਰ ਦੀ ਅੱਗ ਤੇ ਬੁਝਾ ਲਓ। ਤੇ ਲੋਕੀ ਕਹਿੰਦੇ ਮੌਤ ਤੋਂ ਡਰ ਲੱਗਦਾ। ਭਾਈ ਤਾਰੂ ਕੋਕਟ ਜੀ ਕਹਿੰਦੇ ਫਿਰ ਹਿੰਮਤ ਦਿਖਾਉਣੀ ਚਾਹੀਦੀ ਹੈ। ਅੱਗ ਬੁਝਾਉਣ ਦੇ ਯਤਨ ਕੀਤੇ, ਬਾਬਰ ਦੇ ਅਹਿਲਕਾਰਾਂ ਨੇ ਆ ਕੇ ਪਕੜ ਲਿਆ, ਕਿਉਂਕਿ ਪੂਰੇ ਸ਼ਹਿਰ ਵਿੱਚ ਮੌਤ ਤੋਂ ਡਰਦਿਆਂ ਹੋਇਆਂ ਕਿਸੇ ਨੇ ਅੱਗੇ ਕਦਮ ਨਹੀਂ ਵਧਾਇਆ। ਤੇ ਜੇ ਪਹਿਲੀ ਵਾਰੀ ਕਿਸੇ ਨੇ ਅੱਗੇ ਕਦਮ ਵਧਾਇਆ ਤੇ ਉਹ ਬਾਬੇ ਨਾਨਕ ਦੇ ਸਿੱਖ ਨੇ ਕਦਮ ਵਧਾਇਆ। ਭਾਈ ਤਾਰੂ ਕੋਕਟ ਨੇ ਵੀ ਕਦਮ ਵਧਾਇਆ, ਪਕੜਿਆ ਗਿਆ, ਪਕੜ ਕੇ ਬਾਦਸ਼ਾਹ ਦੇ ਕੋਲ ਪੇਸ਼ ਕੀਤੇ। ਕਈ ਵਾਰੀ ਕਿੰਦਾ ਹੁੰਦਾ, ਸਾਧ ਸੰਗਤ ਬੱਚੇ ਸਾਡੇ ਲੈਕਚਰ ਕਰ ਰਹੇ ਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਕੰਮ ਸੁਖਾਲਾ ਹੀ ਹੋਵੇਗਾ, ਸਟੇਜ ਤੇ ਬੋਲਣਾ, ਬੱਚਿਆਂ 'ਚ ਇਹਨਾਂ ਦੀ ਹਿੰਮਤ, ਇਹਨਾਂ ਦੀ ਦਲੇਰੀ ਪੈਦਾ ਕਰਨੀ, ਇਹ ਇੱਕ ਬਹੁਤ ਵੱਡਾ ਗੁਣ ਹੈ। ਉਹ ਜਿਵੇਂ ਕਿ ਬੰਦਾ ਕਹਿੰਦਾ ਸੀ, ਮੈਂ ਕਹਿੰਦਾ ਜੀ ਮੈਂ ਨੇਤਾ ਬਣਨਾ, ਲੈਕਚਰ ਹੀ ਕਿੰਨਾ ਸੌਖੀ ਜੀ ਗੱਲ ਹੈ। ਉਹ ਕਹਿੰਦਾ ਜੀ ਕਿਵੇਂ ਬਣਾਂਗਾ? ਉਹ ਕਹਿੰਦੇ ਕੋਈ ਗੱਲ ਨਹੀਂ, ਗੋਭੀ ਦੇ ਖੇਤ ਤੇ ਉੱਥੇ ਜਾ ਕੇ ਕੋਈ ਲੈਕਚਰ ਦਈ ਜਾਂਦੀ, ਬੋਲੀ ਜਾਂਦੀ, ਇਹ ਸੋਚੀ ਕਿ ਇਹ ਸਾਰੇ ਸ਼ੇਰੀ ਨੇ। ਤੇ ਉਸੇ ਤਰ੍ਹਾਂ ਉਹ ਗੋਭੀ ਦੇ ਖੇਤਾਂ 'ਚ ਚਲਾ ਜਾਂਦਾ ਰਿਹਾ, ਬੜੀਆਂ ਉੱਚੀਆਂ ਉੱਚੀਆਂ ਬਾਹਾਂ ਲਾਰ ਕੇ ਉਹ ਲੈਕਚਰ ਦਿੰਦਾ ਰਿਹਾ। ਤੇ ਜਦ ਲੋਕਾਂ ਦੇ ਵਿੱਚ ਆ ਕੇ ਸਾਹਮਣੇ ਆ ਕੇ ਲੈਕਚਰ ਦੇਣਾ ਪਿਆ ਨਾ, ਲੋਕਾਂ ਦੇ ਵਿੱਚ ਸੰਗਤ ਦੇ ਸਨਮੁਖ ਆ ਕੇ, ਕਿਉਂਕਿ ਸੰਗਤ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ, ਜਦੋਂ ਆਪਾਂ ਵੇਖਦੇ ਆ ਤੇ ਕੋਈ ਚਿਹਰਾ ਤੱਕਦਾ, ਤੇ ਉਹ ਜਦੋਂ ਲੋਕਾਂ ਨੇ ਹੁਣ ਗੋਭੀ ਤੇ ਗੋਭੀ ਸੀ, ਉੱਥੇ ਸੰਗਤ ਸੀ, ਉਹਨਾਂ ਦੇ ਚਿਹਰਿਆਂ ਨੂੰ ਵੇਖਿਆ, ਜਦੋਂ ਚਿਹਰਾ ਵੇਖਿਆ ਤੇ ਉਹਨੂੰ ਸਾਰਾ ਲੈਕਚਰ ਭੁੱਲ ਗਿਆ। ਤੇ ਉਸ ਸਟੇਜ ਤੇ ਲੋਕੀ ਕਹਿੰਦਾ, ਸਾਧ ਸੰਗਤ ਮਾਫ ਕਰਨਾ, ਗੋਭੀ ਗੋਭੀ ਹੁੰਦੀ ਹੈ ਤੇ ਸੰਗਤ ਸੰਗਤ ਹੀ ਹੁੰਦੀ ਹੈ। ਉਹ ਕਹਿੰਦਾ ਗੋਭੀ ਗੋਭੀ ਹੁੰਦੀ ਤੇ ਸੰਗਤ ਸੰਗਤ। ਉਹ ਜਿਹੜਾ ਨੂੰ ਨਹੀਂ ਵੀ ਸੀ ਨਾ ਪਤਾ ਲੱਗਣਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਗੋਭੀ ਨੂੰ ਲੈਕਚਰ ਕਰਕੇ ਆਇਆ। ਕਹਿਣ ਤੋਂ ਭਾਵ ਇਹ ਹੈ ਕਿ ਉਹਦਾ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ, ਪਰ ਸਟੇਜ ਤੇ ਆ ਕੇ ਬੱਚੇ ਨੂੰ ਥਾਪੜਾ ਦੇ ਕੇ ਤੋੜ ਦੇਣਾ ਇੱਕ ਸੌਖੀ ਗੱਲ ਨਹੀਂ, ਬਹੁਤ ਔਖੀ ਬਾਤ ਹੈ। ਸਟੇਜ ਤੇ ਬੱਚਾ ਫਤਿਹ ਹੀ ਬੁਲਾ ਦੇ ਤਾਂ ਫਤਿਹ ਹੀ ਬੁਲਾ ਦੇ, ਇਹ ਵੀ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੁੰਦੀ। ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬੱਚੇ ਸਟੇਜ ਤੇ ਆ ਕੇ ਬੋਲਦੇ, ਉਹਨਾਂ ਦਾ ਹੌਸਲਾ ਵਧਾਉਣਾ ਸਾਡਾ ਫਰਜ਼ ਬਣਦਾ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ ਕਿ ਕਈ ਵਾਰੀ ਇਦਾਂ ਵੀ ਹੁੰਦਾ, ਪਿੰਡ ਦੇ ਸਰਪੰਚ ਲਾਗੇ, ਗਲੀ ਦੇ ਐਮਸੀ ਲਾਗੇ ਵੀ ਕਿਤੇ ਗੱਲ ਕਰਨੀ ਹੋਵੇ ਨਾ, ਤੇ ਕਈਆਂ ਬੰਦਿਆਂ ਦੀ ਜ਼ੁਬਾਨ ਥੜਥੜਾ ਜਾਂਦੀ, ਡਰ ਲੱਗਦੇ, ਪਤਾ ਨਹੀਂ ਕੋਈ ਗਲਤ ਸ਼ਬਦ ਨਾ ਨਿਕਲ ਜਾਵੇ। ਕਿਸੇ ਮੰਤਰੀ ਲਾਗੇ ਗੱਲ ਕਰਨੀ ਕਿ ਉਹਨਾਂ ਵਾਸਤੇ ਬਹੁਤ ਔਖੀ ਬਾਤ ਹੁੰਦੀ, ਪਰ ਖਾਸ ਕਰਕੇ ਉੱਥੇ ਗੱਲ ਕਰਨੀ ਹੋਰ ਔਖੀ ਹੋ ਜਾਂਦੀ ਜਿੱਥੇ ਬੰਦੇ ਨੂੰ ਪਤਾ ਹੋਵੇ ਕਿ ਅੱਗੋਂ ਪਤਾ ਨਹੀਂ ਕਿਹੜਾ ਫਰਮਾਨ ਹੋ ਜਾਣਾ, ਮੇਰੀ ਮੌਤ ਵੀ ਹੋ ਸਕਦੀ। ਜਦੋਂ ਬਾਬਰ ਦੇ ਕੋਲ
पहली बार लाहौर के अंदर भाई तारू पोपट को पेश किया गया ते अगे जिहड़े बाबर दे कोल जांदे सी ना उन्हां दे हत्थ पैर थड़थड़ाउंदे हुंदे सी, डरदे, जबान कंबणी, मूंह तो शब्द नहीं निकलना। बाबर का इदा भै ते इदा डर लोगों के मन में बढ़िया होया सी। पर अज बाबर भी देख के हैरान हो गया जब पहली बारी उन्हें एक सिख ऐसा दिखिया जिहड़ा बाबर दे कोल सन्मुख चल के आउंदा है ते डरदा नहीं, घाबरदा नहीं, बेखौफ होके बाबर दे सन्मुख पेश होता है। ते बाबर ने जांदिया साथ अपनी कड़कवी जी आवाज दे विच शब्द वरतिया, तू कौन है? ते ये गुरु का सिख बेखौफ होके बोलिया, कहता बाबे नानक दा सिख। ते बाबर बड़ा हैरान होया कि मेरी आवाज सुन के डरिया नहीं, ये अंदर ये जबान दे विच कोई डर नहीं पैदा होया। ऐसा इहदा गुरु होवेगा जिहदे इहदे अंदर इदां दी हिम्मत, इहनूं पता भी है कि बाबर दे सन्मुख आके बोलना कोई सौखी गल नहीं। कहते फिर अगला हुक्म बाबर ने किया, कह लगा किहदे हुक्म दे अनुसार अग बुझाउण लगा? ते कहते ने भाई तारू पोपट बेखौफ होके बोलिया, बेखौफ होके, कोई डर नहीं मन में, बेखौफ होके कहता जिन्हें तेनू अग लाउण भेजे, बेखौफ होके कहता जिन्हें तेनू अग लाउण भेजे है, जिहदे हुक्म दे विच अग ला रहे हैं ना, उस दे हुक्म दे विच मैं अग बुझा रही। कहते ने बाबर बड़ा हैरान होया। फिर बाबर ने यह भी गल पूछी कि तेरा गुरु कौन है? कहता है गुरु नानक। जब पता लग्या ना तो बाबर दियां भी लत्तां कंब गईयां कि अज दुनिया के उत्ते मुर्दियां च जान पाउण वाला आ गया बाबा नानक। अज दुनिया के मुर्दियां च जान पाउण वाला आ गया, क्योंकि जिहड़े लोग मेरे सन्मुख आके डरदे सन, अज इन्हां दे मन चों डर कढ़ दिता इन्हां दे गुरु ने, गुरु नानक ने। ते कुछ इतिहासकार ते इत्थे गाथा समाप्त कर दिंदे ने कि बाबर ने यह गल कह के भाई तारू पोपट नूं छुड़वा दिता कि अगे तो बाद इहदा हुक्मां दी अदूरी नहीं करनी। पर कहते ने भाई तारू पोपट फिर जाके वो अग बुझाउण लग पे। उन्होंने बाबर के हुक्मां की परवाह नहीं की ते जिउंदे जी भाई तारू पोपट नूं अग विच साड़ के शहीद किया गया। मेरे कहण तो मुराद यह है, मुर्दियां दियां दुनिया के अंदर जे कोई मर्द पहला पैदा किया, मौत के डर तो रहित होके कुर्बानी देने वाला, ते धन गुरु नानक साहब ने शुरू कर दिता। मुर्दियां के अंदर जान पा दी बाबा नानक जी। ताई गुरु साहब ने ये वचन कहे कि इस मार्ग से चलना कोई सौखी गल नहीं है। जे सच के मार्ग से चलना है ना, तो सिर तली पे रखना ही पवेगा, क्योंकि ये मार्ग इदा दा खन्नियों तिखी वालों निकी, एक मार्ग जाना, इस मार्ग से चलना कोई सौखी गल नहीं। फिर धन गुरु अर्जन देव जी ने वचन के इस मार्ग की पांति बन वास्ते पहला मरण कबूल, जीवन की सद आस, वो सबना की रेवका, तो आओ हमारा पास। इस मार्ग, क्योंकि पुठे पासे चलना होवे ना तो तुहानू कोई रुकावट नहीं आउगी। जे मैं सीधे जे शब्दों में कह दिया कि सिख धर्म नूं छड्ड के होर जिहड़ा मर्जी धर्म अपना लो, तुहानू कोई खतरा नहीं, तुहानू कोई डर नहीं। बस सिक्खी अपनाउणी सब तो बड़ा खतरे का कारण है। ते सिर के उत्ते बची हुई ये पग जिहड़ी है ना साडी, ये जिहड़ी साडी दस्तार है, इहनूं किते थोड़े जे मीटर का कपड़ा ना समझ लेना। ये दस्तार ही साडी इस गल का प्रतीक है कि गुरु नानक दा सिख 24 घंटे अपने सिर के उत्ते कफन बन के तुरया फिरदा है। अज के समय च तुसीं इतिहास के अंदर वेख लो, मौजूदा समय के हालात जिहड़े गुरु नानक के घर के सिख ने ना, जिन्हां छोटियां छोटियां भी गलतियां कीतियां, कोई वड्डियां गलतियां भी नहीं, ते सच के सिद्धांत की खातर वो गलतियां कीतियां ने। वो किसी को 27 साल हो गए, किसी को 30 साल हो गए। कोई होर भी धर्म का दस दो जिन्हें सजा भुगतन तो बाद भी इन्हों की सजा भुगती हो। होर किसी धर्म को कोई खतरा नहीं, होर किसी धर्म के पैरोकार को कोई डर नहीं। वो सवेरे गुनाह करता है, शाम को जमानत हो जाती है। सच जानो साध संगत, जे ये जमानत नहीं होंदियां
जे ये केस नहीं मिटते तो गुरु नानक के सिखा दे नहीं जे मिटते। जे खतरा है संसार एक समा ऐसा भी आ गया साथ संगत साडी समाज के अंदर साडी सिखा के उत्ते इदां दा भी एक बार माहौल क्रिएट हो गया। जे किसी मां का पुत खंडे बाटी की पौड़ छा के घर आ जाता सी ना, उस दिन परिवार के जी कहते सी असीं 5 जीआं घर दे ते अज कि पंजवां साडे तो चला गया, पता नहीं कदों मर जाना, इन्हें पता नहीं कदों शहीद हो जाना, इन्हें पता नहीं दूजिया ने कदों मौत के घाट उतार देना। कहते अमृत नहीं छकिया। हकीकत यह है कि मौत कबूल करके घर आ गया, मौत कबूल करके इहदा तो भी बहुत बड़ी कई साल 90 तो लैके 95 तक का इधर पंजाब का माहौल वेखो 87 तो लैके शुरू हो गया। कई साल नौजवान बच्चियां दियां पिंडां दे विच बरातां नहीं चढ़ सकदी, क्योंकि जिहड़ा बच्चा अमृत छक के आ जाता सी ना उसे दिन समझा जाता सी कि इहने अज मौत कबूल कर लई, ये कला अमृत नहीं छक के आया, ये मौत कबूल करके आ गया। पता नहीं ये अज भी गया ते ये कल भी गया, पर फिर भी गुरु नानक के सिखां की सिक्खी अपनाउणी नहीं छड्डी। फिर भी वो मौत को चैलेंज दिंदे रहे, चैलेंज दिंदे रहे। साथ गल चल रही सी गुरु नानक साहब के समय की। बाबा नानक जी ने सानू इस सिद्धांत के वारस बना दिता कि दुनिया के इतिहास में जे चलना है ना, इस मार्ग पर चलना कोई सौखी गल नहीं। खन्ने तिखी मार्ग तां करके इस मार्ग को किया क्योंकि इस मार्ग पर चलण वाले चारे पासियां तो खतरा साथ जिहड़ा खड्डा होंदा है ना वो सारे पासियां तो तिखा होंदा ते ये मार्ग भी सारे पासियां तो जे किसी को डर है, जे किसी को कोई खतरा है ते वो गुरु नानक दे सिख नूं खतरा है, होर किसी को कोई खतरा नहीं, होर किसी को कोई खतरा नहीं। ते ये खतरे वाला मार्ग जे कोई मुल लैंदा है ते वो गुरु नानक दा सिख मुल लैंदा है। इस मार्ग साध संगत इहदा कर्जा और इहदा संसार दे उत्ते इंज कह दईए मुल जिहड़ा उतारिया गुरु नानक दे सिखां ने उस सिर दे के उतारिया है। इंज कह दईए गुरु साहब जी ने मुबारक बचन सानू इस मार्ग ते पांधी वंड वास्ते जिहड़े कहे वो इसे करके कहे ने कि पहला मरण कबूल, इत्थे पहला मौत है ते फिर जन्म है। सतगुर क्या जन्म है गबन मिटाया। इत्थे जदों जन्म हो जाता है ना ते फिर साध संगत मौत का डर मुक जाता है। पहला मौत है ते फिर जन्म है। गुरु नानक दे घर दे ओदा समाज विच बंदे दा पहला जन्म हुंदा ते फिर मौत होंदी। किसी का दीन ने बड़े प्यारे वचन कहे, वो किसी हरेक जीव के बारे बड़े प्यारे वचन ने। वो कहता है जब तुम जन्मे जगत में, जब तुम जन्मे जगत में जग हंसा तुम रोए। कहते जो बच्चे का जन्म होता है ना सारे परिवार के जी हसदे बड़े खुश होते साडे घर के बच्चे का जन्म होया। पर नाल ही अगली गल बड़ी कमाल की कही, वाकई जे बच्चा ना रोवे तो मां बाप रो पैंदे क्योंकि पता नहीं जिंदा भी है या नहीं। बच्चे का रोना परिवार की खुशी बन जाता। वो कहता है जब तुम जन्मे जगत में जग हंसा तुम रोए, ऐसी करनी कर जदो तुम हंसो जग रोए। पर एक अवस्था कितनी बनती है, एक अवस्था कदों बनती जदों बंदा खन्नियों तिखी मार्ग को अपनाउंदा है। जिस वक्त फिर एक दिन समा आउंदा जदों मनुख चंगे गुण चंगे चंगे विचार अपने अंदर जिਉਂ-जिਉਂ धारण करता ते एक दिन इस मार्ग का पागी बन जाता। साध संगत कबीर जिस मरना की जग डरै मेरा मन आनंद मरना ही पाइया पूर्ण परमानंद। फिर इस आनंद का पागी बन जाता, फिर वो इस आनंद का पागी बन जाता। फिर उन्होंने मौत को डर नहीं लगता क्योंकि मौत तो अपनी पहले ही कबूल कर सिक्खी अपनाउणी ही। मैं फिर बेनती करा दुनिया के इतिहास में होर किसी धर्म किसी विचार कोई खतरा नहीं। जे खतरा है तो सिख को खतरा कि धन ने गुरु नानक के सिख सिक्खी अपनाउणी भी हरेक के बस की गल नहीं। मौत तो डरन वाला मनुख कदे सिक्खी धारण नहीं कर सके। क्यों? जिहदे मन में मौत का डर बैठा है ना उन्होंने पता है
ਇਹ ਧਰਮ ਅਪਣਾਵਾਂਗਾ, ਇਸ ਮਾਰਗ ਤੇ ਚੱਲਾਂਗਾ ਤੇ ਕਿਸੇ ਟਾਈਮ ਤੇ ਵੀ ਮੌਤ ਦਾ ਡਰ ਪੈਦਾ ਹੋ ਸਕਦਾ, ਕਿਸੇ ਟਾਈਮ ਤੇ ਵੀ ਮਾਹੌਲ ਵਿਗੜ ਸਕਦਾ। ਤੇ ਸੱਚ ਜਾਣੋ ਜਿਹੜਾ ਇਸ ਮਾਰਗ ਦਾ ਪਾਂਧੀ ਬਣ ਜਾਂਦਾ ਹੈ, ਉੱਥੇ ਵੱਡੇ ਭਾਗਾਂ ਵਾਲਾ ਸੰਸਾਰ ਦੀ ਇਨਸਾਨ ਸਮਝਿਆ ਜਾਂਦਾ। ਤੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਅਪਣਾਉਂਦਾ ਹੀ ਹੋਇਆ ਜਿਹਨੇ ਮੌਤ ਨੂੰ ਚੈਲੰਜ ਕੀਤਾ ਹੋਵੇ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਵੇ। ਇਹ ਮੌਤ ਵੀ ਇਹਨਾਂ ਦੀ ਹੈ। ਜੇ ਇੱਕ ਵਾਰੀ ਬੰਦਾ ਐਸੀ ਮਰਨੀ ਕਰ ਜਾਵੇ, ਕਿਹੜੀ ਮਰਨੀ? ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਵੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਸ਼ਬਾਰਾ ਮਨ ਦੇ ਵਿਚਾਰ ਮਾਰ ਲੈਣੇ, ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭਾਂ ਬਾਝੋਂ ਬੋਲਣਾ ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਅੱਖਾਂ ਨੂੰ ਮਾਰ ਲੈਣਾ ਭਾਵ ਕਿ ਅੱਖਾਂ ਤੋਂ ਬਿਨਾਂ ਵੇਖਣਾ, ਇਹ ਬੜੀ ਔਖੀ ਬਾਤ ਹੈ। ਅੱਖਾਂ ਤੋਂ ਬਿਨਾਂ ਵੇਖਣ ਦਾ ਭਾਵ ਹੈ ਕਿ ਅੱਖਾਂ ਵੀ ਹੋਣ ਤੇ ਬੰਦਾ ਕਿਸੇ ਨੂੰ ਮੰਦਾ ਨਾ ਵੇਖੇ। ਇਹਦਾ ਕਰਨਾ ਬੜਾ ਔਖਾ ਹੈ। ਇਹਨੂੰ ਕਿਹਾ ਜਾਂਦਾ ਅੱਖਾਂ ਮਾਰ ਲੈਣਾ। ਇਸ ਸਿੱਖੀ ਦੇ ਮਾਰਗ ਤੇ ਚੱਲਣ ਵਾਸਤੇ ਇਹ ਸਾਰੇ ਗੁਣ ਮਨੁੱਖ ਨੂੰ ਆਪਣੇ ਜੀਵਨ 'ਚ ਅਪਣਾਉਣੇ ਪੈਂਦੇ। ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਕੰਨ ਵੀ ਹੋਣ ਪਰ ਕੰਨਾਂ ਨਾ ਸੁਣਨਾ। ਕੰਨਾਂ ਤੋਂ ਬਿਨਾਂ ਸੁਣਨਾ ਕੀ ਬੜਾ ਔਖਾ। ਸਾਧ ਸੰਗਤ ਨਿੰਦਿਆ ਚੁਗਲੀ ਨੂੰ ਛੱਡ ਕੇ ਰੱਬ ਦੀ ਬਾਣੀ ਨੂੰ ਸੁਣਨਾ ਤੇ ਮਾੜੇ ਵਿਚਾਰ ਤਿਆਗ ਦੇਣੇ। ਅੱਖਾਂ ਕੰਨਾਂ ਤੋਂ ਬਿਨਾਂ ਸੁਣਨਾ ਇਹ ਕੋਈ ਸੌਖੀ ਗੱਲ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਵੀ ਇਸ ਮਾਰਗ ਦਾ ਉਹੀ ਪਾਤੀ ਬਣ ਸਕਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰ ਦਵੇ, ਗੁਰੂ ਮਿਹਰਾਮਤ ਕਰ ਦਵੇ। ਉਹੀ ਗੁਰੂ ਨਾਨਕ ਦੇ ਘਰ ਦੀ ਵੀ ਸਿੱਖੀ ਧਾਰਨ ਕਰ ਸਕਦਾ। 100 ਬੰਦਾ ਬੱਸ ਵਿੱਚ ਬੈਠਾ ਹੋਵੇ, ਉੱਥੇ 99 ਲੋਕ ਜਿਹੜੇ ਨੇ ਨਾ ਉਹ ਗੈਰ ਸਿੱਖ ਬੈਠੇ ਹੋਏ, ਪਰ ਜੇ ਇੱਕ ਸਿੱਖ ਬੈਠਾ ਹੋਵੇ ਤੇ ਮੰਨ ਲਓ ਉਸ ਬੱਸ ਤੇ ਕੋਈ ਹਮਲਾ ਹੋ ਜਾਵੇ, ਕੋਈ ਹਮਲਾਵਰ ਚੜ੍ਹ ਕੇ ਆ ਜਾਵੇ, ਕਿਸੇ ਨੇ 99 ਨੂੰ ਗੁਲਾਮਾ ਨਹੀਂ ਜੇ ਦੇਣਾ ਕਿ ਤੁਸੀਂ ਹਮਲਾਵਰ ਦਾ ਹੱਥੋਂ ਡਟ ਕੇ ਮੁਕਾਬਲਾ ਨਹੀਂ ਕੀਤਾ। ਜੇ ਕਿਸੇ ਨੇ ਗੁਲਾਮਾ ਦੇਣਾ ਤੇ ਉਹ ਗੁਰੂ ਨਾਨਕ ਦੇ ਸਿੱਖ ਨੂੰ ਦੇਣਾ। ਭਲਾ ਕਿਉਂ? ਦੁਨੀਆ ਦੇ ਲੋਕਾਂ ਨੂੰ ਆਸ ਹੈ ਕਿ ਸਿੱਖ ਉਹ ਮਰਦ ਹੈ ਜਿਹੜਾ ਸਾਡੇ ਮੁਰਦਿਆਂ ਵਾਂਗ ਸੰਸਾਰ ਦੀ ਜ਼ਿੰਦਗੀ ਨਹੀਂ ਬਤੀਤ ਕਰਦਾ। 99 ਮੁਰਦੇ ਬਣ ਕੇ ਤੇ ਸੰਸਾਰ ਦੇ ਅੱਖਾਂ ਦੇ ਨਾਲ ਉਹ ਸਾਰਾ ਕੁਝ ਵੇਖ ਸਕਦੇ ਨੇ, ਪਰ ਗੁਰੂ ਨਾਨਕ ਦਾ ਸਿੱਖ ਨਹੀਂ ਵੇਖ ਸਕਦਾ। ਇਹ ਗੁਣ ਸਾਡੇ ਅੰਦਰ ਬਾਬਾ ਨਾਨਕ ਜੀ ਨੇ ਪੈਦਾ ਕੀਤਾ ਕਿ ਸਾਧ ਸੰਗਤ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋ। ਅਸੀਂ ਆਪਣੇ ਅੰਦਰ ਦੇ ਅਰਮਾਨ ਮਾਰਨੀ ਕੋਈ ਸੌਖੀ ਗੱਲ ਨਹੀਂ। ਆਪਣੇ ਅੰਦਰ ਦੇ ਅਰਮਾਨ ਮਾਰਨੀ ਕੋਈ ਸੌਖੀ ਗੱਲ ਨਹੀਂ, ਪਰ ਭਾਗਾਂ ਵਾਲਾ ਗੁਰੂ ਨਾਨਕ ਦਾ ਸਿੱਖ ਜਿਹੜਾ ਆਪਣੇ ਅੰਦਰ ਦੇ ਮੰਦੇ ਅਰਮਾਨ ਵਿਚਾਰ ਕੇ ਚੰਗੇ ਵਿਚਾਰਾਂ ਵਾਸਤੇ ਕੁਰਬਾਨੀ ਦੇਣ ਵਾਸਤੇ ਵੀ ਤਿਆਰ ਹੁੰਦਾ। ਚਾਹੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਿਚਾਰਧਾਰਾ ਦਾ ਆਗਾਜ਼ ਕਰ ਦਿੱਤਾ ਹੈ। ਇੱਕ ਹੋਰ ਬੇਨਤੀ ਕਰਾਂ, ਕਿਉਂਕਿ ਇਹਦੇ ਵਿੱਚੋਂ ਵਿੱਚ ਸਾਨੂੰ ਬੜਾ ਕੁਝ ਮਿਲ ਜਾਣਾ। ਗੱਲ ਚੱਲਣੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਤੱਕ। ਇਹ ਵਿਚਾਰ ਉੱਥੋਂ ਤੱਕ ਕਿਵੇਂ ਪਹੁੰਚੇਗੀ? ਜੇ ਗੁਰੂ ਨਾਨਕ ਸਾਹਿਬ ਜੀ ਇਸ ਮਾਰਗ ਦੇ ਪਾਤੀ ਬਣੇ ਨੇ, ਇਸ ਮਾਰਗ ਦੇ ਪਾਤੀ ਦੁਨੀਆ ਦੇ ਲੋਕਾਂ ਨੂੰ ਸੁਧਾਰਨ ਇਸ ਬਾਰੇ ਮੈਂ ਛੋਟੀ ਜੀ ਗੱਲ ਕਹਿ ਕੇ ਅੱਗੇ ਨਿਕਲ ਜਾਂਦੇ ਆ। ਵੇਖੋ ਜੀ, ਬਾਬਾ ਨਾਨਕ ਜੀ ਨੇ ਜਨੇਊ ਨਹੀਂ ਪਾਇਆ, ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇਹ ਵੀ ਗੱਲ ਛੋਟੀ ਜੀ ਕਹਿ ਕੇ ਅੱਗੇ ਨਿਕਲ ਜਾਂਦੇ ਆ। ਵੇਖੋ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਆਨੰਦ ਕਰ ਨਿਕਲ ਜਾਂਦੇ ਆ ਕਿ ਬਾਬਾ ਨਾਨਕ ਜੀ ਦੇ ਉੱਤੇ ਕੰਧ ਸੁੱਕੀ ਜਾਣ ਲੱਗੀ ਸੀ, ਸਾਲੀਆਂ ਮਖੌਲ ਕਰ ਲੱਗੀਆਂ ਸਨ। ਇਹ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਆਪਾਂ ਵਿਚਾਰ ਕੇ ਅੱਗੇ ਨਿਕਲ ਜਾਂਦੇ ਆ, ਪਰ ਇਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਜੰਗ ਲੜਿਆ ਬਾਬਾ ਨਾਨਕ ਜੀ, ਬਹੁਤ ਵੱਡਾ ਜੰਗ। ਉਹ ਕੰਧ ਸੁੱਟੀ ਨਹੀਂ ਜਾ ਰਹੀ ਸੀ, ਉਹ ਕੰਧ ਸੁੱਟਵਾਈ ਜਾ ਰਹੀ ਸੀ। ਭਲਾ ਕਿਉਂ? ਬਾਬਾ ਨਾਨਕ ਜੀ ਦੇ ਬੱਚਿਆਂ ਨੂੰ ਵਿਗਾੜਿਆ ਗਿਆ, ਵਿਗੜੇ ਨਹੀਂ। ਵਿਗਾੜਿਆ ਗਿਆ, ਵਿਗੜੇ ਨਹੀਂ। ਉਹਦਾ ਕਾਰਨ ਕੀ ਸੀ ਸਾਥੀਓ? ਜੇ ਕੋਈ ਬੰਦਾ ਕਿਸੇ ਚੰਗੇ ਪਾਸੇ ਚੱਲਦਾ ਹੈ ਨਾ, ਤੇ ਅੱਜ ਵੀ ਸਮਾਜ ਦੀ ਇਹ ਰੀਤ ਹੈ ਕਿ ਆਪ ਨਾ ਦੇਹ ਜੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਖਾਣੀ। ਗੁਰੂ ਸਾਹਿਬ ਜੀ ਨੂੰ ਇਹਦਾ ਖਣਵਿਆਜਾ ਵੀ ਭੁਗਤਣਾ ਪਿਆ। ਜੇ ਬਾਬਾ ਨਾਨਕ ਜੀ ਪ੍ਰਚਾਰ ਉਦਾਸੀਆਂ ਤੇ ਜਾ ਕੇ ਦੁਨੀਆ ਨੂੰ ਉਪਦੇਸ਼ ਕਰਦੇ ਨੇ ਨਾ, ਤੇ ਮਗਰੋਂ ਦੂਜਿਆਂ ਨੇ ਲਿਖਿਆ ਜੇ ਬਾਬਾ ਨਾਨਕ ਦੂਜਿਆਂ ਨੂੰ ਇਸ ਮਾਰਗ ਤੇ ਤੋਰ ਸਕਦਾ, ਆਪਾਂ ਬਾਬੇ ਨਾਨਕ ਨੂੰ ਕਿਵੇਂ ਹਟਾ ਸਕਦੇ?
ਅੱਗੇ ਕਿਤੇ ਇਦਾਂ ਦੀ ਅੰਸ਼ ਬਖਸ਼ ਪੈਦਾ ਨਾ ਹੋ ਸਕੇ ਇਸ ਮਾਰਗ ਦੀ ਚੱਲਣ ਵਾਲੀ, ਜਿਹੜੀ ਇਦਾਂ ਵਹਿਮਾਂ ਤੇ ਭਰਮਾਂ ਦੇ ਉੱਤੇ ਸੱਟ ਮਾਰ ਸਕੇ। ਇਹਨਾਂ ਦੀ ਅੰਸ਼ ਬਖਸ਼ ਅੱਗੇ ਤਿਆਰ। ਅੱਜ ਸਾਧ ਸੰਗਤ ਜੇ ਇੱਕ ਸਿੱਖ ਚੰਗੇ ਮਾਰਗ ਤੇ ਚੱਲਦਾ ਹੈ ਤਾਂ 100% ਯਤਨ ਹੁੰਦਾ। ਅੱਜ ਵੇਖੋ ਪੰਜਾਬ ਦੀ ਧਰਤੀ ਦੇ ਹਾਲਾਤ, ਇੱਥੋਂ ਤੱਕ ਵੀ ਮਾਵਾਂ ਦੇ ਦੁੱਖੜੇ ਸੁਣਨ ਵਾਸਤੇ ਮਿਲਦੇ ਨੇ। ਇੱਕ ਮਾਂ ਪਿਛਲੇ ਦਿਨੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਕੋਲ ਆ ਕੇ ਦੁੱਖੜਾ ਹੋਈ, ਕਹਿੰਦੀ ਮੇਰੇ 5 ਪੁੱਤ ਨੇ, 5 ਪੁੱਤ। ਹਾਲਾਤ ਵੇਖੋ, ਉਹ ਕਹਿੰਦੀ ਮੇਰੇ 5 ਪੁੱਤ ਨੇ ਤੇ 5 ਪੁੱਤ ਇੱਕ ਦੂਜੇ ਨੂੰ ਸਵੇਰੇ ਉੱਠ ਕੇ ਟੀਕਾ ਲਾਉਂਦੇ ਨੇ ਨਸ਼ੇ ਦਾ। 5 ਪੁੱਤ ਇੱਕ ਦੂਜੇ ਨੂੰ ਟੀਕਾ ਲਾਉਂਦੇ ਨੇ। ਤੇ ਅਗਲੀ ਗੱਲ ਉਹਨੇ ਬੜੀ ਕਮਾਲ ਦੀ ਕਹੀ ਮਾਤਾ, ਬੜਾ ਦੁੱਖ ਹੋਇਆ ਸੁਣ ਕੇ, ਹਿਰਦੇ ਨੂੰ ਚੀਸ ਪੈ ਗਈ ਜਦੋਂ ਉਹ ਮਾਂ ਨੇ ਇਹ ਗੱਲ ਕਹੀ, ਜੇ ਇਹਨਾਂ ਵਿੱਚੋਂ ਮੇਰਾ ਇੱਕ ਵੀ ਪੁੱਤ ਨਸ਼ੇ ਦੇ ਨਾਲ ਮਰ ਗਿਆ ਨਾ ਤੇ ਮੇਰੇ ਘਰ ਵਿੱਚ ਉਹਦੇ ਤੇ ਕਫਨ ਪਾਉਣ ਵਾਸਤੇ ਵੀ ਮੇਰੇ ਕੋਲ ਪੈਸੇ ਨਹੀਂ। ਕਫਨ ਪਾਉਣ ਵਾਸਤੇ ਵੀ ਉਹਦੇ ਕੋਲ ਉਹਦੇ ਤੇ ਮੇਰੇ ਕੋਲ ਪੈਸੇ ਨਹੀਂ। ਇਦਾਂ ਦੀ ਹਾਲਾਤ ਅੱਜ ਸਾਡੀ ਧਰਤੀ ਦੀ ਕਰ ਦਿੱਤੀ। ਉਹਨਾਂ ਦੁਖੀਆਂ ਨੇ ਜਿੱਥੋਂ ਸੱਚ ਦੀ ਕੁਰਬਾਨੀ ਤਿਆਰ ਹੁੰਦੀ ਸੀ, ਜਿਸ ਧਰਤੀ ਦੇ ਉੱਤੇ ਸੱਚ ਦੀ ਗਵਾਹੀ ਦੇਣ ਵਾਲੇ ਮਰਜੀਵੜੇ ਪੈਦਾ ਹੋਏ, ਜਿਹੜੀ ਧਰਤੀ ਤੇ ਗੁਰੂਆਂ ਨੇ, ਪੀਰਾਂ ਨੇ ਸਮਾਜ ਦੇ ਲੋਕਾਂ ਦਾ ਸੁਧਾਰ ਕੀਤਾ, ਆਲ ਵਰਲਡ ਦੇ ਅੰਦਰ ਜਾ ਕੇ ਪ੍ਰਚਾਰ ਕਰਕੇ ਕੁਰਾਹੇ ਪਈ ਮਾਨਵਤਾ ਨੂੰ ਸਿੱਧੇ ਰਾਹ ਤੇ ਲੈ ਕੇ ਆਉਣਾ ਕੀਤਾ। ਅੱਜ ਸਾਡੀ ਧਰਤੀ ਦੇ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ। ਘਰ ਘਰ ਬੈਠੇ ਹੋਏ ਮਹਿਰਾਨਾ, ਐਸੀ ਹਾਲਾਤ ਸਾਡੀ ਪੰਜਾਬ ਦੀ ਧਰਤੀ ਤੇ ਹੋ ਗਏ। ਉਹਦੇ ਲੋਕ ਨਹੀਂ ਜਿਹਨੇ ਦੁਨੀਆ ਤੇ ਬਾਬੇ ਤੁਰੇ ਫਿਰਦੇ। ਅੱਜ ਵੀ ਜਾ ਕੇ ਵੇਖੋ ਪੰਜਾਬ ਦੀ ਧਰਤੀ, ਕਿਉਂਕਿ ਇੱਕ ਸਮਾਂ ਇਦਾਂ ਦਾ ਹੈ, ਮਾਫ ਕਰਨਾ ਸਾਧ ਸੰਗਤ, ਮੈਂ ਇਸ ਵਿਚਾਰ ਦਾ ਵਿਰੋਧੀ ਨਹੀਂ, ਪਰ ਜਿਹੜਾ ਸੱਚ ਹੁੰਦਾ ਹੈ ਤਾਂ ਕਈ ਵਾਰੀ ਅੰਦਰੋਂ ਨਿਕਲ ਆਉਂਦਾ, ਅੰਦਰੋਂ ਰੋਣਾ ਆਉਂਦਾ ਇਦਾਂ ਦੇ ਹਾਲਾਤ ਦੇਖ ਕੇ ਸਾਡੇ ਸਮਾਜ ਦੇ ਅੰਦਰ ਵੀ ਕਿੱਦਾਂ ਦੇ ਹਾਲਾਤ ਅੱਜ ਸਾਡੀ ਧਰਤੀ ਦੇ ਪੈਦਾ ਕੀਤੇ ਗਏ। ਤੁਸੀਂ ਅੱਜ ਵੀ ਜਾ ਕੇ ਵੇਖੋ ਪੰਜਾਬ ਦੀ ਧਰਤੀ ਤੇ ਮਾਵਾਂ ਇੰਨੇ ਦੁੱਖੜੇ ਰੋਂਦੀਆਂ ਨੇ ਕਿ ਕਿਤੇ ਗੁਰੂ ਕਿਰਪਾ ਕਰ ਦੇਵੇ ਸਾਡਾ ਪੁੱਤ ਬਚ ਜਾਵੇ। ਆ ਵਿਦੇਸ਼ ਦੀ ਧਰਤੀ ਨੂੰ ਬਚੇ ਹੋਣ ਦਾ ਸਾਡਾ ਅੱਜ ਕਾਰਨ ਹੀ ਇਹ ਹੈ ਕਿ ਕਿਉਂਕਿ ਉਸ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਪ੍ਰਚਾਰ ਕਰਕੇ ਮਾਨਵਤਾ ਨੂੰ ਸਿੱਧੇ ਮਾਰਗ ਤੇ ਪਾਇਆ ਤੇ ਅੱਜ ਉਸੇ ਪੰਜਾਬ ਨੂੰ ਵਿਗਾੜ ਦਿੱਤਾ। ਅੱਜ ਘਰ ਘਰ ਦੇ ਅੰਦਰ ਨਸ਼ੇ ਦੀ ਦਲਦਲ ਦੇ ਵਿੱਚ ਬੱਚਿਆਂ ਨੂੰ ਫਸਾਇਆ ਗਿਆ। ਸਾਡੇ ਬੱਚੇ ਦਿਨ ਰਾਤ ਆ ਕਈ ਵਾਰੀ ਅਸੀਂ ਪਤਾ ਕੀ ਕਹਿੰਦੇ ਸਾਥ ਸੀ, ਇੱਕ ਸਮਾਂ ਇਦਾਂ ਦਾ ਵੀ ਆਇਆ ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਤੇ ਰਾਜ ਕੀਤਾ ਨਾ ਤੇ ਮਰਜੀਵੜਿਆਂ ਦੇ ਅੰਦਰ ਦੇ ਜਜ਼ਬਾਤ ਮਾਰੇ ਨਹੀਂ ਜਾ ਰਹੇ ਸਨ। ਉਹਨਾਂ ਨੇ ਅੰਗਰੇਜ਼ ਸਰਕਾਰ ਦਾ ਵਿਰੋਧ ਕੀਤਾ। ਉਹ ਕਹਿੰਦੇ ਵੀ ਤੁਸੀਂ ਸਾਡੇ ਪੰਜਾਬ ਦੇ ਉੱਤੇ ਆ ਕੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਕਿਵੇਂ ਜਕੜ ਸਕਦੇ ਹੋ? ਉੱਥੇ ਹਿੰਦੂ ਵੀ ਰਹਿੰਦੇ ਨੇ, ਬੁੱਧੀ ਵੀ ਰਹਿੰਦੇ ਨੇ, ਜੈਨ ਵੀ ਰਹਿੰਦੇ ਨੇ, ਪਾਰਸੀ ਵੀ ਰਹਿੰਦੇ ਨੇ। ਹਰੇਕ ਧਰਮ ਦਾ ਮਨੁੱਖ ਭਾਵੇਂ ਪੰਜਾਬ ਦੀ ਧਰਤੀ ਤੇ ਰਹਿੰਦਾ ਹੈ, ਉਹਨਾਂ ਨੂੰ ਕਿਸੇ ਤੋਂ ਖਤਰਾ ਨਹੀਂ ਸੀ, ਕਿਸੇ ਤੋਂ ਖਤਰਾ ਨਹੀਂ ਸੀ। ਅੰਗਰੇਜ਼ ਕਹਿੰਦੇ ਸੀ ਕਈ ਸਾਲਾਂ ਤੱਕ ਰਾਜ ਕਰਾਂਗੇ, ਪਰ ਜੇ ਉਹਨਾਂ ਦੇ ਰਸਤੇ ਦਾ ਕੋਈ ਰੁਕਾਵਟ ਦਾ ਕਾਰਨ ਬਣਿਆ ਨਾ ਤੇ ਉਹ ਬਣਿਆ ਸਾਧ ਸੰਗਤ ਗੁਰੂ ਨਾਨਕ ਦੀ ਜਾਗਦੀ ਜ਼ਮੀਰ ਵਾਲਾ ਗੁਰੂ ਨਾਨਕ ਦਾ ਸਿੱਖ। ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣੀ। ਜਦੋਂ ਰੁਕਾਵਟ ਬਣਿਆ ਨਾ ਤੇ ਫਿਰ ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਇਹਨਾਂ ਦੇ ਅੰਦਰ ਦੇ ਜਜ਼ਬਾਤ ਕਿਵੇਂ ਮਾਰੇ ਜਾ ਸਕਦੇ, ਕਿਵੇਂ ਮਾਰੇ ਜਾ ਸਕਦੇ? ਉਹਨਾਂ ਕਿਹਾ ਕੋਈ ਗੱਲ ਨਹੀਂ, ਇਹ ਲੋਕ ਦੇਹਧਾਰੀਆਂ ਦੇ ਬੜੇ ਪੁਜਾਰੀ ਨੇ। ਉਹਨਾਂ ਨੇ ਕੁਝ ਦੇਹਧਾਰੀ ਸਾਡੇ ਸਮਾਜ ਵਿੱਚ ਲੈ ਕੇ ਉਹਨਾਂ ਕੀਤੀ ਔਰ ਮਸ਼ਹੂਰ ਕਰ ਦਿੱਤਾ। ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਵੀ ਇਹ ਬਾਬਾ ਜੀ ਤਾਂ ਬੜੀ ਕਰਨੀ ਵਾਲੀ, ਇਹਨਾਂ ਦੀ ਇੱਥੇ ਵੀ ਹਾਜ਼ਰੀ ਲੱਗਦੀ ਕਿਉਂਕਿ ਚਾਲ ਸੀ ਨਾ ਇੱਕ ਅੰਗਰੇਜ਼ਾਂ ਦੀ। ਲੋਕਾਂ ਨੇ ਉਹਨਾਂ ਨੂੰ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਮੈਂ ਸਾਧ ਸੰਗਤ ਜੇ ਮੇਰੇ ਅੰਦਰ ਜਜ਼ਬਾਤ ਜਾਗਦੇ ਹੋਣਗੇ ਨਾ ਤੇ ਮੈਂ ਕਿਸੇ ਜਾਗਦੇ ਜਜ਼ਬਾਤਾਂ ਵਾਲੇ ਦੇ ਕੋਲ ਪਹੁੰਚਾਂਗਾ ਜਿਹਦਾ ਮੈਂ ਬੜਾ ਸਤਿਕਾਰ ਕਰਦਾ ਹੋਵਾਂਗਾ ਵੀ ਸ਼ਾਇਦ ਮੈਨੂੰ ਇਸ ਸਿੱਧੇ ਮਾਰਗ ਤੇ ਪਾਵੇਗਾ, ਸ਼ਾਇਦ ਮੈਨੂੰ ਇਹ ਸਿੱਧੇ ਮਾਰਗ ਤੇ ਪਾਵੇਗਾ। ਤੇ ਅਸੀਂ ਉਹਦੇ ਕੋਲ ਚੱਲ ਕੇ ਜਾਣੇ ਤੇ ਜਿਹੜੀ ਗੱਲ ਉਹ ਕਹਿ ਦਿੰਦਾ ਫਿਰ ਅਸੀਂ ਸਵੀਕਾਰ ਕਰਨਾ। ਜੇ ਉਹਨੇ ਕਹਿਤਾ ਵੀ ਠੀਕ ਹੈ ਤੁਸੀਂ ਇਹਦੇ ਵਾਸਤੇ ਲੜਨ ਵਾਸਤੇ ਤਿਆਰ ਹੋ, ਤੁਹਾਨੂੰ ਇਹਦਾ ਸਾਨੂੰ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ, ਅਣਖ ਤੇ ਗੈਰ ਨਾਲ ਜ਼ਿੰਦਗੀ ਜਿਉਣੀ, ਫਿਰ ਤੇ ਅਸੀਂ ਉਹਦੀ ਵਿਚਾਰ ਅਨੁਸਾਰ ਜੰਗ ਕਰਾਂਗੇ, ਉਹਦੇ ਵਾਸਤੇ ਸੰਘਰਸ਼ ਕਰਾਂਗੇ। ਤੇ ਜਿਹਦੇ ਕੋਲ ਅਸੀਂ ਜਾਣਾ, ਜੇ ਉਹਨੇ ਕਹਿਤਾ ਕਿ ਨਹੀਂ ਤੁਹਾਨੂੰ ਲੋੜ ਨਹੀਂ, ਇਦਾਂ ਦੀ ਗੱਲ ਨਹੀਂ ਕਰਨੀ, ਤੁਸੀਂ ਤੇ ਚੁੱਪ ਕਰਕੇ ਸਤਿਨਾਮ ਵਾਹਿਗੁਰੂ ਕਰੋ, ਬਸ ਇਹਦੇ ਵਿੱਚ ਹੀ ਤੁਹਾਡਾ ਭਲਾ।
वो जिहड़े बाबे लियाउंदे ना मार्केट दे विच इसे करके लियाउंदे, लोकां ने उन्हां कोल जाना, उन्हां ने कहना ना 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 तुसीं नहीं कोई गल करदे। उन्हां ने कहना जी क्यों? कहते ना ना तुसीं सतनाम वाहिगुरू। बाबे नानक ने ये गल सानू नहीं सी कही। बाबा जी कहते किरत भी करो, नाम भी जपो ते वंड के भी छको, पर सच के सिद्धांत वास्ते हुक्का जरूर देते हो। ये नहीं कि मैं हुण इत्थे बैठा कला भगती करी जावां। इसे करके साडे गुरु साहिबाना ने भगती दे नाल शक्ति दा मार्गदर्शन भी अपनाया। धन जियो ते को जग में मुख ते हर चित में जुद विचार। ये विचार दे पांगी बनाया बाबे नानक ने सानू भी मुंह तो रब रब नहीं करना। गुरु ग्रंथ साहिब दे भी शास्त्र पए हुण बंदा इत्थे आके वेख के समझदा है कि शास्त्र गुरु ग्रंथ साहिब दे अगे पए ने काहदे वास्ते पए। इत्थे किहड़ी लोड़ पै जाणी शास्त्रां च जां किसी नूं लड़ना होवे जां किसी दे मारना होवे। पर साध संगत इस गल का प्रतीक ने गुरु नानक दिया सिखा। जे तू गुरु नानक के घर में चल के आया ना, उतों भगती की गल होनी तो इतों शस्त्र चलाना किवें है उसकी जांच भी इसे गुरु ने तेनों दसनी। हुण वेखो यही शस्त्र है, दुश्मन के हाथ में चढ़ा जाए ना तो किरपान बन जाता, तलवार बन जाता तलवार। ये शस्त्र एक ही है साध संगत। पर जब दुश्मन के हाथ में चला जाता तो ये तलवार बन जाता। तल तो पाबंद है धरती के, वार तो पाबंद है डिगे हुए के वार करना। जदों दुश्मन के हाथ चला जाता, दुश्मन के हाथ च ये तलवार बन जाता। जदों सिख के हाथ में आ जाता तो नाल ही इसकी दशा ते दिशा तब्दील हो जाती। दशा ते दिशा तब्दील हो जाती, फिर एक किरपान बन जाता। हुण बंदा पुछे कि शस्त्र होई, दुश्मन के हाथ में तलवार किवें ते सिख के हाथ में किरपान किवें। ये सानू आदर्श साडे गुरु ने दस्सिया भी ये किरपान साडे हाथ में किवें बन गई ते दुश्मन के हाथ में तलवार किवें बन गई। क्योंकि जदों दुश्मन करदा वार ते वो धरती ते डिगे होया ते लताड़ियां होर लताड़ी जावे। पर गुरु नानक दा सिख ये मार्ग नहीं अपनाउंदा। साहिबजादियां ने इस मार्ग नूं नहीं अपनाया। साहिबजादे कहते ने कि आपां डिग्गिया होया ते वार नहीं करना, असीं डिग्गिया होया ते वार नहीं करना, ते ना डिग्गिया ते वार कीता है। बाबा अजीत सिंह ने, बाबा जुझार सिंह ने 10 लाख का मुकाबला करना, उन्होंने जाके अपना धरती बचा देनी कोई सौखी जी गल नहीं सी। ये किरपान का मतलब किरपा प्लस आन भाव के जदों ये किरपान सिखां दे हाथ में आ जाती, ये तां किरपान बन जाती। सिख बिना मतलब तो किसी की वार नहीं करता, भावें वड्डी भी बड़ी हो, भावें सिरे साहब पकड़ी है तो भावें आपां पिस्टल भी पकड़े है, कोई भी शस्त्र पकड़े है। पता है कि सिख बिना मतलब तो किसी की वार नहीं करता। किसी का झगड़ा भी होवे, रस्ते साडे थोड़े झगड़े कदे वेखिया सिख ने बिना मतलब तो काढ़ के किरपान के किसी की वार कीता होवे, नहीं करता। हाँ, गुरु साहब ने सानू ये भी गल नाल सिखिया दी भी उदा किसी ते वार करना नहीं, पर जदों आन पवे साडे ते, साडी जिंदगी दा साडे बचाव दा कोई रस्ता ना लवे ते उस वक्त कढ के ਉਹਦੇ ਤੇ ਕਿਰਪਾ ਕਰਨੀ। ਅਸੀਂ ਮਾਰਦੇ ਫਿਰ ਵੀ ਕਿਰਪਾ ਹੀ ਕਰਨੀ, ਫਿਰ ਉਹਦੇ ਤੇ ਕਿਰਪਾ ਕਰਨੀ। ਜਦੋਂ ਆਣ ਪਵੇ ਤੇ ਫਿਰ ਸਿੱਖ ਕੱਢ ਕੇ ਕਿਰਪਾਨ ਫਿਰ ਦੂਜਿਆਂ ਤੇ ਵਾਰ ਕਰਦਾ ਹੈ। ਤੇ ਜਿਹੜੀ ਗੁਰੂ ਕਲਗੀਧਰ ਪਿਤਾ ਨੇ ਜੰਗਾਂ ਜਿੱਤੀਆਂ ਨੇ, ਇਤਿਹਾਸ ਪੜ੍ਹ ਕੇ ਵੇਖੋ 14 ਜੰਗਾਂ ਦੇ ਵਿੱਚ ਵੀ ਕਿਸੇ ਟਾਈਮ ਤੇ ਗੁਰੂ ਸਾਹਿਬ ਨੇ ਆਪ ਜਾ ਕੇ ਜੰਗ ਕੀਤਾ, ਕਿਸੇ ਜੰਗ 'ਚ ਨਹੀਂ ਕੀਤਾ। हाँ, जब मुगल चढ़ के आ जाते रहे, गुरु साहब जी अगू डट के मुकाबला करके फिर जित जाते रहे। वैसे चढ़ाई करके आने वाला तैयारी वध करके आता है, ते जेड़ा अंदर आराम नाल बैठा होवे उहदी ते तैयारी कोई नहीं हुंदी, पर जिहदी तैयारी कोई ना होवे तो फिर भी जित जावे। ये बड़ी कमाल दी गल साथ है। गुरु कलगीधर पिता के वचन भी कहे कि कार अज हमाही के दर गुजस्त हलाल वस्त बदल व शमशीरे दस्त। कि वैसे किसी पे वार नहीं करना, वैसे किसी पे वार नहीं करना, पर जब आप अभी साढ़े पे विपता आ जावे उदो काढ़ के फिर कृपा जरूर कर। साढ़े भी कई सिख इदां दे, मैं एक बेनती कह के समाप्ति वाले पासे वधा। साढ़े च कुछ इदां दे साध संगत जिन्हां दी किरपान सुंगड़ दी सिर ते चला गई, किरपान सुंगड़ दी सिर ते चला गई। हुण किवें सुंगड़ की साडा शस्त्र
ਅੱਜ ਕਈ ਵਾਰ ਕਿ ਕੜਾ ਪ੍ਰਸ਼ਾਦ ਜੀ ਨੂੰ ਵੀ ਕਿਤੇ ਪ੍ਰਵਾਨ ਕਰਨਾ ਹੋਵੇ ਨਾ ਤੇ ਕਈ ਖਿੱਚੀਆਂ ਲੈ ਕੇ ਰਹਿ ਜਾਂਦੇ, ਉਹਨਾਂ ਦੀ ਕਿਰਪਾਨ ਨਿਕਲਦੀ ਕਦੇ ਸਾਫ਼ ਹੀ ਨਹੀਂ ਕੀਤੀ। ਕਿਤੇ ਕਹਿ ਦੇਣਾ ਵੀ ਕੜਾ ਪ੍ਰਸ਼ਾਦ ਜੀ ਭਾਈ ਸਾਹਿਬ ਜੀ ਤੁਸੀਂ ਪ੍ਰਵਾਨਗੀ ਕਰਦੇ ਹੋ, ਤੇ ਉਹ ਵਿਚਾਰੇ ਖਿੱਚੀਆਂ ਲੈ ਕੇ ਚਲਾ ਜਾਂਦੇ। ਕਈਆਂ ਨੇ ਫਿਰ ਡੋਰੀ ਬਾਰੀਆਂ ਪਾ ਲਈਆਂ ਛੋਟੀਆਂ ਛੋਟੀਆਂ, ਕਈਆਂ ਨੇ ਉਹਨੂੰ ਵੀ ਸੁੰਗੜ ਕੇ ਸਿਰ ਤੇ ਚਲਾ ਗਏ। ਮੈਂ ਤੇ ਇੱਕ ਸਿੱਖ ਨੂੰ ਵੇਖਿਆ ਬੜਾ ਹੈਰਾਨ ਹੋਇਆ, ਉਹਨੇ ਗਲ ਦੇ ਵਿੱਚ ਨਾ ਇੱਕ ਧਾਗਾ ਜਿਹਾ ਹੋਇਆ ਤੇ ਧਾਗੇ ਦੇ ਵਿੱਚ ਜਿਹੜਾ ਸੀ ਉਹ ਸਿੱਖ ਨੇ ਇੱਕ ਕੰਘਾ ਤੇ ਸਾਧ ਸੰਗਤ ਇੱਕ ਕਿਰਪਾਨ ਤੇ ਇੱਕ ਖੰਡਾ ਜਿਹਾ ਹੋਇਆ ਹੋਇਆ। ਮੈਂ ਸਿੱਖ ਨੂੰ ਪੁੱਛਿਆ, ਮੈਂ ਕਿਹਾ ਮਤ ਛਕਿਆ? ਕਹਿੰਦੇ ਜੀ ਛਕਿਆ। ਮੈਂ ਕਿਹਾ ਤੇਰੇ ਸ਼ਸਤਰ ਕਿੱਥੇ ਚਲਾ ਗਏ? ਕਹਿੰਦਾ ਜੀ ਉਹ ਗਲ ਚ ਪਾਏ ਹੋਏ। ਮੈਂ ਕਿਹਾ ਜੀ ਹੁਣੇ ਤੇਰੇ ਤੇ ਕੀ ਹਮਲਾ ਕਰਦਾ ਵੀ ਕੱਢ ਕੇ ਕੀ ਕਰੇ? ਇਹ ਗਲ ਦੇ ਵਿੱਚ ਸ਼ਸਤਰ ਜਿਹੜਾ ਬਚਾਅ ਥੋੜਾ ਕਰ ਸਕੇ। ਕਹਿਣ ਤੋਂ ਰਾਤ ਇਹ ਹੈ ਵੀ ਜਦੋਂ ਇਹ ਸ਼ਸਤਰ ਸਾਡੇ ਹੱਥ ਵਿੱਚ ਹੁੰਦਾ ਕਿ ਉਦੋਂ ਕਿਰਪਾਨ ਬਣ ਜਾਂਦਾ। ਪਤਾ ਕਿ ਗੁਰੂ ਨਾਨਕ ਦਾ ਸਿੱਖ ਵੈਸੇ ਕਿਸੇ ਤੇ ਵਾਰ ਨਹੀਂ ਕਰਦਾ। ਇਸੇ ਕਰਕੇ ਗੁਰੂ ਨਾਨਕ ਦੇ ਘਰ ਦੇ ਅੰਦਰ ਜੇ ਬਾਬਾ ਨਾਨਕ ਜੀ ਨੇ ਇਸ ਮਾਰਗ ਤੇ ਪਾਂਧੀ ਬਣਨਾ ਚਾਹਿਆ ਨਾ, ਤੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਵਿਗਾੜਿਆ ਗਿਆ ਵੀ ਜੇ ਤੁਸੀਂ ਸਾਡੇ ਸਿਧਾਂਤ ਤੇ ਸੱਟ ਮਾਰੋਗੇ ਨਾ ਤੇ ਅਸੀਂ ਤੁਹਾਨੂੰ ਇਸ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਦੇ ਅੰਦਰ ਤੁਹਾਡਾ ਬੱਚਾ ਵੀ ਤੁਹਾਡੀ ਗੱਲ ਨੂੰ ਕਬੂਲ ਕਰਨ ਵਾਸਤੇ ਅੱਗੇ ਤਿਆਰ ਨਹੀਂ ਹੋਵੇਗਾ। ਪਰ ਧੰਨ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਫਿਰ ਉਸ ਮਾਰਗ ਦਾ ਪਾਂਧੀ ਵੀ ਚੁਣ ਲਿਆ। ਭਾਈ ਲਹਿਣਾ ਜੀ ਉਸ ਮਾਰਗ ਦਾ ਪਾਂਧੀ ਵੀ ਚੁਣ ਲਿਆ ਵੀ ਇਹ ਸਾਡੇ ਵਿਚਾਰ ਅੱਗੇ ਵਧਾ ਸਕਦਾ ਹੈ। ਪਰ ਪੁੱਤਰੀ ਕੌਲ ਨਾ ਪਾਲਿਓ, ਸਮਾਂ ਆਇਆ ਸਮਝ ਆਈ ਫਿਰ ਗਿਆਨ ਦਿਆ ਕਿ ਨਹੀਂ ਅਸੀਂ ਪਿਤਾ ਦਾ ਕਹਿਣਾ ਨਾ ਮੰਨ ਕੇ ਤੇ ਅਸੀਂ ਮਾਰਗ ਗਲਤ ਚੁਣ ਲਿਆ, ਲੋਕਾਂ ਦੇ ਹੱਥਾਂ ਵਿੱਚ ਆ ਗਏ। ਸੱਚ ਜਾਣੂ ਸਾਧ ਸੰਗਤ ਅੱਜ ਵੀ ਜੇ ਕੋਈ ਸਿੱਖੀ ਅਪਣਾਉਂਦਾ ਹੈ ਤੇ ਜੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਇਹ ਉਪਰਾਲਾ ਵੀ ਨਾ ਕੀਤਾ ਬੱਚਿਆਂ ਨੂੰ ਇਧਰ ਜੋੜਨ ਦਾ, ਇਹ ਸੱਚ ਜਾਣੂ ਵਿਗਾੜਨ ਵਾਲੇ ਬੜੇ ਬੈਠੇ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਨੂੰ ਆਪਣੀ ਗੋਦੀ 'ਚ ਲੈ ਲੈਣਾ। ਜੇ ਕਮੇਟੀਆਂ ਇਹ ਉਪਰਾਲਾ ਨਹੀਂ ਕਰਨਗੀਆਂ ਤੇ ਦੂਜੇ ਬੱਚਿਆਂ ਨੂੰ ਗੋਦੀ 'ਚ ਲੈਣ ਵਾਸਤੇ ਬੈਠੇ, ਇਹਨਾਂ ਦੇ ਬੱਚੇ ਵਿਗਾੜਦੇ। ਇਹ ਤੇ ਚੱਲ ਪੈਣਗੇ ਇਸ ਮਾਰਗ ਤੇ, ਇਹਨਾਂ ਨੂੰ ਤੇ ਸੋਚੀ ਹੈ। ਪਰ ਆਉਣ ਵਾਲੇ ਸਮੇਂ 'ਚ ਇਹਨਾਂ ਦੀਆਂ ਪੀੜ੍ਹੀਆਂ ਦਾ ਇੰਨਾ ਕੁ ਸਤਿਆਨਾਸ਼ ਕਰ ਦਿਓ, ਇਹਨਾਂ ਦੀ ਸਿੱਖ ਸਾਡੇ ਸਮਾਜ ਵਿੱਚ ਪੈਦਾ ਨਾ ਹੋ ਸਕਦਾ। ਨਹੀਂ ਤੇ ਸਾਧ ਸੰਗਤ ਇਹ ਜਜ਼ਬਾਤ, ਇਹ ਪਿਆਰ, ਇਹ ਉਤਸ਼ਾਹ ਜਿਹੜਾ ਬੱਚਿਆਂ 'ਚ ਪੈਦਾ ਕਰਨਾ ਹੈ ਨਾ, ਇਹ ਸਾਡਾ ਹੀ ਫਰਜ਼ ਬਣਦਾ ਹੈ। ਇਹ ਵੀ ਸਾਡੇ ਬੱਚੇ ਸਟੇਜ ਤੇ ਆ ਕੇ ਵਾਰ-ਵਾਰ ਬੋਲਦੇ ਹੁੰਦੇ। ਗੁਰਦੁਆਰਿਆਂ ਦਾ ਅਸੀਂ ਅੱਜ ਵੀ ਜ਼ਿਕਰ ਕਰ ਰਹੇ ਸਾਂ। ਬਿਲਡਿੰਗਾਂ ਕੱਚੀਆਂ ਸੀ, ਸਿੱਖ ਪੱਕੇ ਸੀ। ਅੱਜ ਸਿੱਖ ਕੱਚੇ ਹੋ ਗਏ ਤੇ ਬਿਲਡਿੰਗਾਂ ਪੱਕੀਆਂ ਹੋ ਗਈਆਂ। ਬੜੀਆਂ ਥਾਵਾਂ ਤੇ ਪ੍ਰਚਾਰ ਕਰਨ ਦਾ ਮੌਕਾ ਲੱਗਦਾ। ਜਦੋਂ ਜਾਈਏ ਨਾ ਕਿਤੇ ਵੀ ਪ੍ਰਚਾਰ ਦੌਰਿਆਂ ਤੇ ਸੰਗਤ ਜਾਂਦੇ ਸਾਰ ਜਿਹੜੇ ਪ੍ਰਬੰਧਕ ਹੁੰਦੇ ਨਾ, ਉਹ 5-7 ਆ ਜਾਂਦੇ ਤੇ ਵਿਚਾਰ ਕਰਦੇ, ਕਹਿੰਦੇ ਜੀ ਅਸੀਂ ਪਿਛਲੇ ਸਾਲ ਇੰਨੀ ਕੋ ਬਿਲਡਿੰਗ ਸੀ, ਆਹ ਹਾਲ ਹੋਰ ਵੱਡਾ ਕਰਤਾ, ਇੱਥੋਂ ਤੱਕ ਪੱਥਰ ਲੱਗਿਆ ਸੀ ਅਸੀਂ ਇੱਥੋਂ ਤੱਕ ਲਾ ਦਿੱਤਾ, ਅਸੀਂ ਇੱਥੋਂ ਤੱਕ ਲੱਗਿਆ ਸੀ ਇਹਨਾਂ ਵਧਾ ਦਿੱਤਾ, ਲੰਗਰ ਹਾਲ ਵੱਡਾ ਕਰ ਲਿਆ, ਉਹ ਲਾਗੇ ਉਹ ਜਗ੍ਹਾ ਮਿਲਦੀ ਸੀ ਉਹ ਵੀ ਖਰੀਦ ਲਈ। ਬਸ ਸਾਰਾ ਧਿਆਨ ਜਿਹੜਾ ਨਾ ਸਾਡਾ ਇੱਧਰ ਹੀ ਜੁੜਿਆ ਹੋਇਆ ਹੈ। ਤੇ ਕਈ ਇਦਾਂ ਦੇ ਹੁੰਦੇ ਜਿਹੜੇ ਘਰਾਂ ਦੇ ਵਿੱਚ ਵੀ ਸਾਧ ਸੰਗਤ ਜਿਵੇਂ ਕੋਈ ਕੰਜੂਸੀ ਜੀ ਕਰਦੇ ਆ ਨਾ, ਉਦਾਂ ਹੀ ਇੱਥੇ ਆ ਕੇ ਕਰਦੇ। ਇਹਦਾ ਰੁਪਈਆ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ। ਜਿਹੜਾ ਗੁਰੂ ਸਾਹਿਬ ਦੇ ਸਿਧਾਂਤ ਬਖਸ਼ਿਆ ਸੀ, ਗੁਰਦੁਆਰਾ ਹੋਏ ਸੋਝੀ ਪਾਏ ਸੀ, ਇਹ ਗੁਰਦੁਆਰਾ ਹੋਏ ਹਸ਼ਾ ਹੋਈ ਸੀ, ਮੈਲੇ ਕਿਸੇ ਦਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣਾ ਜਾਏ ਅੱਗੇ ਪਾਏ ਸੀ। ਇਹ ਮਤ ਸੋਚਿਓ ਕਿ ਅੱਗੇ ਜਾ ਕੇ ਸਜ਼ਾ ਮਿਲੇਗੀ। ਇੱਥੇ ਸਾਧ ਸੰਗਤ ਜੇ ਬੱਚੇ ਵਿਗੜ ਗਏ ਤੇ ਸਜ਼ਾ ਇੱਥੇ ਪ੍ਰਾਪਤ ਹੋ ਜਾਣੀ। ਜੇ ਬੱਚੇ ਸਵਾਰ ਲਏ ਸਾਡੇ ਲੱਖਾਂ ਜੋੜੇ ਵੀ ਕੰਮ ਦੇ, ਜੇ ਬੱਚੇ ਵਿਗੜ ਗਏ ਤੇ ਸਾਡੇ ਕਰੋੜਾਂ ਜੋੜੇ ਵੀ ਜਿਹੜੇ ਨੇ ਉਹ ਜ਼ੀਰੋ ਨੇ ਸਾਧ ਸਕਦਾ। ਜੇ ਸਾਡੇ ਬੱਚੇ ਗੁਰੂ ਦੀ ਮੱਤ ਨਾਲ ਜੁੜ ਗਏ। ਮੈਂ ਹੈਰਾਨ ਹੋਇਆ, ਮੈਂ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਥਾ ਕਰਦੇ ਆਪਣੀ ਬੇਨਤੀ ਕੀਤੀ ਸੀ ਕਿ ਸਾਧ ਸੰਗਤ ਅਕਾਲ ਤਖਤ ਸਾਹਿਬ ਤੇ ਇੱਕ ਵਾਰ ਇੱਕ ਬੱਚਾ ਅੰਮ੍ਰਿਤ ਛਕਣ ਵਾਸਤੇ ਆਇਆ ਤੇ 5 ਪਿਆਰੇ ਸਾਹਿਬਾਨਾਂ ਨੇ ਉਹਨੂੰ ਕਿਹਾ, ਪੁੱਤਰ ਤੇਰੀ ਉਮਰ ਅਜੇ 8 ਸਾਲ ਦੀ ਤੇ ਤੂੰ ਅਜੇ 2 ਸਾਲ ਹੋਰ ਰੁਕ ਜਾ, ਤੈਨੂੰ ਕਕਾਰਾਂ ਬਾਰੇ ਗਿਆਨ ਹੋ ਜਾਵੇਗਾ, 10 ਸਾਲ ਦਾ ਹੋਵੇਗਾ ਤੇ ਖੰਡੇ ਬਾਟੇ ਦੀ ਪੌੜ ਛਕ ਲਈ। ਇਹ ਬੱਚੇ ਨੇ ਪਤਾ ਕੀ ਕਿਹਾ? ਉਹ ਬੱਚਾ ਕਹਿੰਦਾ 5 ਪਿਆਰੇ ਸਾਹਿਬਾਨਾਂ, ਉਹ ਕਹਿੰਦਾ ਗਿਆਨੀ ਜੀ ਜੇ ਮੈਂ 10 ਸਾਲ ਦਾ ਹੋਣ ਤੋਂ ਪਹਿਲਾਂ ਮਰ ਗਿਆ ਤੇ ਫਿਰ ਉਹ 2 ਸਾਲ ਵੀ ਵੇਟ ਕਰਨ ਨਹੀਂ ਚਾਹੁੰਦਾ।
ਤੇ ਅਸੀਂ 60 ਸਾਲ ਦੀ 70 ਸਾਲ ਦੇ ਹੋ ਗਏ ਤਾਂ ਵੀ ਅੰਮ੍ਰਿਤ ਛਕਣ ਨੂੰ ਜੀ ਨਹੀਂ ਕਰਦਾ। ਇਹ ਵੀ ਕੋਈ ਭਰੋਸਾ ਨਹੀਂ ਕਿ ਮੌਤ ਦਾ ਸੁਨੇਹਾ ਕਦੋਂ ਆ ਜਾਣਾ, ਪਤਾ ਨਹੀਂ ਮੌਤ ਦਾ ਸੁਨੇਹਾ ਕਦੋਂ ਆ ਜਾਣਾ। ਅਸੀਂ ਤਾਂ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ। ਹਰ ਸਾਲ ਸੰਗਤ ਗੁਰੂ ਕਿਰਪਾ ਕਰੇ ਆਪਾਂ ਖੰਡੇ ਬਾਟੇ ਦੀ ਪੌੜੀ ਛਕੀਏ। ਕੱਲ ਦੇ ਦੀਵਾਨ ਵਿੱਚ ਆਪਾਂ ਇੱਥੇ ਵੀ ਵਿਚਾਰ ਸਾਂਝੇ ਕਰਾਂਗੇ, ਕਿਉਂਕਿ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਕਿ ਹਰ ਸਾਲ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਮਨਾਉਂਦੇ ਹਾਂ ਤੇ ਗਿਆਨੀ ਉਸ ਵਿਸ਼ੇ ਤੇ ਹਰ ਸਾਲ ਅਸੀਂ ਵਿਚਾਰਾਂ ਕਰਦੇ ਹਾਂ। ਕੁਝ ਨਵੀਂ ਵਿਚਾਰ ਜਿਹੜੀ ਹੈ ਉਹ ਸਾਡੇ ਸਾਨੂੰ ਜ਼ਰੂਰ ਲਿਆਤੀ ਜਾਵੇ। ਇਸ ਕਰਕੇ ਵਿਸ਼ੇ ਤੋਂ ਥੋੜਾ ਜਿਹਾ ਹਟ ਕੇ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਨੇ। ਕੱਲ ਦੇ ਦੀਵਾਨ ਵਿੱਚ ਆਪਾਂ ਅੰਮ੍ਰਿਤ ਵੇਲੇ ਜ਼ਿਕਰ ਕਰਾਂਗੇ ਕਿ ਇਹ ਜਿਹੜੀਆਂ ਜੰਗਾਂ ਦਾ ਆਗਾਜ਼ ਆਰੰਭ ਹੋਇਆ ਅਨੰਦਪੁਰ ਸਾਹਿਬ ਵਿਖੇ, ਜਿਹੜੀਆਂ ਗੁਰੂ ਸਾਹਿਬ ਜੀ ਨਾਲ ਜੰਗਾਂ ਹੋਈਆਂ, ਉਹਨਾਂ ਜੰਗਾਂ ਦਾ ਆਰੰਭ ਹੋਣ ਦਾ ਮੁੱਖ ਕਾਰਨ ਕੀ ਸੀ? ਰਾਜਿਆਂ ਦੇ ਮਨ ਵਿੱਚ ਕਿੱਥੋਂ ਈਰਖਾ ਪੈਦਾ ਹੋਈ ਤੇ ਅਖੀਰ ਈਰਖਾ ਦੇ ਭਾਂਬੜ ਵੱਧਦੇ ਕਿੱਥੋਂ ਤੱਕ ਚਲਾ ਗਏ ਤੇ ਇੱਕ ਦਿਨ ਕੋਈ ਸਮਾਂ ਆ ਗਿਆ ਜਦੋਂ 22 ਭਾਰਤੀ ਰਾਜੇ ਇਕੱਠੇ ਹੋ ਗਏ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਉੱਤੇ ਆ ਕੇ ਹਮਲਾ ਕਰ ਦਿੱਤਾ। ਔਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਛੁਪਿਆ। ਆਪਾਂ ਕੱਲ ਉਸ ਕਾਰਨ ਦਾ ਜ਼ਿਕਰ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਦੇ ਯਤਨ ਕਰਾਂਗੇ। ਹੁਣ ਤੱਕ ਇਤਿਹਾਸ ਦੇ ਵਿਚਾਰ ਦੇ ਸਾਂਝ ਪਾਉਂਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਦੀ ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ ਬਹੁਤ ਜਿਹੜੀਆਂ ਬੜੀ ਮੁਬਾਰਕ यानी और साथ जो पानी या बोला चुका और मर्द साहब जी की बातों बनी अरदास शुरू बाद गुरु साहब जी का जिन्होंने आप कृपा कर अवसरता आओ फतेह की सांझ पाइए जी। वाहिगुरू जी का खालसा वाहिगुरू जी की फतेह। सतनाम दिवस रात दोए नाई जाए खिलै सगल जगत चंगियाइयां बुरियाइयां वाचै धर्म हजूर करमी आपो अपनी केरेड़ा के दूर जिनी नाम ते आया गए मसकत काल नानक ते मुख उजड़े किती छुपे नाल जिने काल नानक ते मुख उजड़े किती छुपे नाल। यहाँ
ते कौन समारे संगत सहा लिखिया मिलकर पावो देल देव सदन सिसरिया जे होए साहिब सो मेल कर करे हो पहुंचा सतरे नित पवन सदन हारा स्मरिय नानक सिद्धि रावण रागा सा महला पहला छे कर छे गुर छे उपदेश गुर गुरे कोई सनेक बाबा जे कर करते की रखोए सो दरा पढ़ाई कोई रहाओ विश्व तुसिया कढ़िया पहरा तुती वारी महुआ सूरज को तनेक नाटक करते कीर्ति के वेश राग बना श्री महला पहला गगन में थाल रवि चंद दीपक बने तारा मंडल मोती रूप में आलो पवन सब रोकरे सकल बजराए फुलंत ज्योति वैसी आरती होए पग खन्ना तेरी आरती अनहता शब्द वादन पैरी रहाओ सहस्ता विनय विनय है तुहि को सहस मूरत नाई तो भी सहस पद विमल अनेक पद गंध विनय सहस सब गंध विचरत मोही सब में जोत जोत है सोई जिससे चानन सब में चानन होए गुरु साक्षी ज्योत प्रगट होए ज्योति स्वावे सो आरती होए हर शरण कमल मुख लो विमनो अंदिन मोहे आए प्यासा कृपा जल दे नानक सारंग को वे जाते तेरे नाय वासा रागोड़ी पूर्वी महला चौथा काम क्रोध मदन को भैया मिल साधु मिलता है पूरा मिठक थे गुरु पाया मन मंडा है कैसा कुंवरी गुणवटा है कैले दोस्त गुणवटा है रहाओ साकर हर साधना दुनिया निरंतर हो में कंडा है दिल चले सुबह चुकावे जंपा से डंडा है हर जन हर नाम सुमानिए दुख जन मरण को कंडा है अविनाशी गुरु पाया परमेश्वर बहुत सो खंड ब्रह्मंडा है हम गरीब मस्कीन सब तेरे हर आगरा पटवटा है जन नानक नाम धारते है हर नामे ही सुख मंडा है राग गौड़ी पूर्वी महला पंचवा करो विनंती सुन मेरे मीता संत कहे सतगुरु सो धन सुहावा राम राजे गुर सिखी सो धन आलिया गुरु गुरुमुख गुर सिखा की तार माए परे नाम ते आवा जिन नानक सत गुर पूजिया तिन हर पूज करावा जिते जाए बहे मेरा सत गुरु सो धन सुहावा राम राजे सो धन सुहावा राम राजे धन सुहावा राम राजे बोले सुनिया सत श्री अकाल सत श्री अकाल सत श्री अकाल सत श्री अकाल बोले
वाहिगुरू जी का खालसा के दर्शन देना जी। हुण आप सब दे आगे बेनती है कि गुरु का लंगर तैयार है, आप सब ने छक के जाना है। सब का बहुत बहुत धन्यवाद। वाहिगुरू जी का खालसा, वाहिगुरू जी की फतेह।